सतनाम वाहिगुरु साहिब जी। जाको हर रंग लागो इस जुग महे, सो कहियत है सूरा। आत्म जिणे सगल वसता कै, जाका सतगुर पूरा। ठाकुर गाइए आत्म रंग, सरणी पावन नाम त्यावन। सहज समावन संग, मरण मुनसा सूर्या हक है। जो होए मरण परवाणो, सूरे से आगे आखिए। दरगह पावहे साची माणो। जो तो प्रेम खिलन का चाओ, सिर तर तली गली मेरी आओ। इत मार्ग पैर तरीजै, सिर दीजै कान ना कीजै। मैं नाही कश हो नाही, कश आहे न मोरा। अवसर लज्जा राख ले हो, सदना जन तोरा। बेसुमार था गनत तोले, जो बुलावो त्यो नानक दास बोले। सतनाम वाहिगुरु साहिब जी। पतर पुरजैन झड़ियं नह जड़ियं पेड़ संपता। नाम बिहूण बिखमता नानक, बहंत जोन ब्यासुरो रैणी। पतर पुरजैन झड़ियं नह जड़ियं पेड़ संपता। नाम बिहूण बिखमता नानक, बहंत जोन बासुरो रैणी। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वशल, किरपा निध दया निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, दया बख्शिश है। जो आप सब गुरसिख सतसंगी जन सतसंगत रूप विच गुरु की पावन पवित्र हजूरी दे विच बड़े अदब भावना सहित जुड़ बैठ के सतगुरु की बख्शिश नूं मानण दा यतन कर रहे हो।
ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਸਤਿਗੁਰੂ ਜੀ ਇਸ ਯੁੱਗ ਦੀ ਗੱਲ ਕਰ ਰਹੇ ਹਨ ਜਿਸ ਯੁੱਗ ਦੇ ਵਿੱਚ ਕਲਯੁੱਗ ਕਰਕੇ ਵਿਕਾਰਾਂ ਦਾ ਪ੍ਰਭਾਵ ਅਤਿ ਅਧਿਕ ਹੈ, ਵਾਸਨਾਵਾਂ ਦੀਆਂ ਲਹਿਰਾਂ ਬੜੀਆਂ ਪ੍ਰਬਲ ਨੇ, ਬੇਪ੍ਰਤੀਤੀ ਦੇ ਝੱਖੜ ਬੜੇ ਤੇਜ਼ ਨੇ, ਅਧਿਆਤਮਿਕ ਸਾਧਨਾਂ ਤੋਂ ਛੁਟਕੇ ਰਹਿਣ ਦੇ ਅਨੇਕਾਂ ਕਾਰਨ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ। ਜਿਸ ਯੁੱਗ ਦੇ ਵਿੱਚ ਮਨੁੱਖ ਨੂੰ ਜੀਵਨ ਮਨੋਰਥ ਦਾ ਪਤਾ ਨਹੀਂ, ਬੰਦਗੀ ਮਾਰਗ ਦੀ ਸੂਝ ਨਹੀਂ, ਗੁਰੂ ਚਰਨਾਂ ਦੇ ਨਾਲ ਜੁੜਨ ਦੇ ਲਈ ਪ੍ਰੀਤਮਈ ਹਿਰਦਾ ਨਹੀਂ, ਸੇਵਾ ਸਿਮਰਨ ਦਾ ਧਨ ਕਮਾਉਣ ਦਾ ਤਾਣ ਮਨੁੱਖ ਦੇ ਪਾਸ ਜਾਂ ਪ੍ਰੇਰਨਾ ਜਾਂ ਬਲ ਨਹੀਂ, ਉਸ ਸਮੇਂ ਦੇ ਵਿੱਚ ਵੀ ਅਗਰ ਕੋਈ ਇਸ ਤਰ੍ਹਾਂ ਦਾ ਯਤਨ ਕਰਦਾ ਹੈ, ਇਸ ਤਰ੍ਹਾਂ ਦੇ ਸਭ ਜਿਹੜੇ ਮਾਇਆ ਦੇ ਵਿਖਿਆ ਪ੍ਰਭਾਵਾਂ ਨੂੰ ਪਿੱਛੇ ਛੱਡ ਕੇ ਅਤੇ ਆਪਣੇ ਬੰਦਗੀ ਦੇ ਕਦਮ ਨੂੰ ਅੱਗੇ ਰੱਖਦਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਸੋ ਕਹੀਤ ਹੈ ਸੂਰਾ। ਉਹ ਵੀ ਇਸ ਯੁੱਗ ਦੇ ਸੂਰਬੀਰ ਕਹੇ ਜਾਣੇ ਚਾਹੀਦੇ ਹਨ ਕਿ ਜਿਨ੍ਹਾਂ ਨੇ ਸਗਲ ਯੁੱਗ ਦੀ ਉਲਟ ਕਾਲ ਦੇ ਬਾਬਤ। ਭਗਤ ਕਬੀਰ ਸਾਹਿਬ ਜੀ ਇੱਕ ਸਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਕਬੀਰ ਜਿਹ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤਿਹ ਚੜ੍ਹ ਰਹੇ ਹੋ ਕਬੀਰ। ਕਿ ਦੁਨੀਆਦਾਰੀ ਦੇ ਜਿਹੜੇ ਸਿਲਸਿਲੇ ਸਨ, ਸਾਰਾ ਸੰਸਾਰ ਹੀ ਉੱਧਰਲੇ ਪਾਸੇ ਚੱਲਿਆ ਦਾ, ਜਿਵੇਂ ਪੰਡਤਾਈ ਦੇ ਮਾਰਗ ਦੁਆਰਾ ਦੱਸਿਆ ਗਿਆ, ਗਿਆਨ ਦੁਆਰਾ ਦੱਸਿਆ ਗਿਆ ਕਿ ਕੇਵਲ ਬਾਹਰੀ ਕਰਮਾਂ ਦੇ ਨਾਲ ਜੀਵਨ ਦੀ ਮਨੋਰਥ ਦੀ ਪ੍ਰਾਪਤੀ ਹੋ ਜਾਏਗੀ, ਉੱਧਰ ਬਹੁਤ ਸਾਰੇ ਗਏ। ਪਰ ਜਦੋਂ ਅੰਤਰਾਤਮੇ ਦੇ ਵਿੱਚ ਝਾਤ ਮਾਰ ਕੇ ਗੁਰੂ ਸ਼ਬਦ ਦੇ ਅਨੁਸਾਰ ਅਮਲ ਕਰਨ ਦੀ ਗੱਲ ਆਈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਅਵਕਟ ਘਾਟੀ ਰਾਮ ਕੀ। ਫਿਰ ਜਦੋਂ ਇੱਧਰਲਾ ਮਾਰਗ ਚੁਣਿਆ ਤਾਂ ਇਹ ਬਿਲਕੁਲ ਹੀ ਉਲਟ ਹੋ ਗਿਆ, ਇਹ ਜ਼ਿਆਦਾ ਔਖਾ ਹੋ ਗਿਆ। ਹਰੇਕ ਕਦਮ ਜੋਖਮ ਭਰਿਆ ਹੈ ਅਤੇ ਹਰੇਕ ਕਦਮ ਪੁੱਟਣਾ ਵੀ ਪੈਣਾ ਹੈ। ਕਹਿੰਦੇ ਤਿਹ ਚੜ੍ਹ ਰਹੇ ਹੋ ਕਬੀਰ, ਅਤੇ ਇਸ ਕਰਕੇ ਮੈਂ ਇਸ ਮਾਰਗ 'ਤੇ ਚੱਲ ਰਿਹਾ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਐਸਾ ਨਿਰਮਲ ਯਤਨ ਰੋਜ਼ਾਨਾ ਕਰਦੇ ਹੋ। ਗੁਰੂ ਕਿਰਪਾ ਦੇ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੱਤਰ ਪੁਰਜੇਣ ਝੜੀਅੰ ਨਹ ਜੜੀਅੰ ਪੇੜ ਸੰਪਤਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਬਾਣੀ ਮਹੱਲਾ ਪੰਜਵਾਂ ਗਾਥਾ ਦੇ ਸਲੋਕਾਂ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰਨ ਦਾ ਯਤਨ ਕਰ ਰਹੇ ਹੋ। ਲੜੀਵਾਰ ਬਾਣੀ ਵਿਆਖਿਆ ਦੇ ਅੰਤਰਗਤ ਗੁਰੂ ਸਾਹਿਬ ਜੀ ਨੇ ਪਿਛਲੇ ਸਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜੇ ਕਿਸੇ ਉੱਤਮ ਸਾਧ ਦਾ ਕੋਈ ਬਚਨ ਆਜੀਵਨ ਭਰ ਕਮਾ ਲਿਆ ਜਾਵੇ ਤਾਂ ਉਹ ਜੀਵਨ ਮਨੁੱਖ ਨੂੰ ਜਨਮ ਮਰਨ ਦੇ ਚੱਕਰ ਤੋਂ ਰਹਿਤ ਕਰ ਦਿੰਦਾ ਹੈ। ਭਾਵ ਕਿ ਸਾਧ ਪੁਰਖ ਤੋਂ ਉੱਤਮ ਬਚਨਾਂ ਦਾ ਗਿਆਨ ਵੀ ਮਿਲਦਾ ਹੈ ਅਤੇ ਉੱਤਮ ਬਚਨਾਂ ਨੂੰ ਕਰਮ ਦੇ ਵਿੱਚ ਢਾਲਣਾ ਕਿਵੇਂ, ਇਹਦਾ ਸਾਰਾ ਰੂਪ ਵੀ ਉਹਦੇ ਸਾਹਮਣੇ ਪ੍ਰਤੱਖ ਮਿਲਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ ਸੁਖ ਪੰਥਾ, ਲਹੰਤਾ ਵੰਡ ਕਰਮਣ, ਰਹੰਤਾ ਜਨਮ ਮਰਣੇਨ ਰਮਣ ਨਾਨਕ ਹਰ ਕੀਰਤਨ। ਅਤੇ ਜਿਹੜੇ ਸਾਧ ਪੁਰਖਾਂ ਦਾ ਬਚਨ ਕਮਾਉਂਦਿਆਂ ਕੀਰਤਨ ਭਗਤੀ ਵਿੱਚ ਜੁੜ ਕੇ ਆਪਣੇ ਜੀਵਨ ਦੀ ਸਾਰੀ ਕਿਰਿਆ ਨੂੰ ਸਾਧ ਲੈਂਦੇ ਹਨ, ਗੁਰੂ ਸਾਹਿਬ ਜੀ ਕਹਿੰਦੇ ਉਹ ਮੁਕਤ ਪੁਰਸ਼ ਹੋ ਜਾਂਦੇ ਹਨ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਪਿਛਲੇ ਸਲੋਕ ਵਿੱਚ ਬਖਸ਼ਿਸ਼ ਕਰਕੇ ਨਵਾਜਿਆ ਸੀ। ਇਸ ਪ੍ਰਕਾਰ ਅਗਲੇ ਸਲੋਕ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਪੱਤਰ ਪੁਰਜੇਣ ਝੜੀਅੰ ਨਹ ਜੜੀਅੰ ਪੇੜ ਸੰਪਤਾ। ਕਿਸੇ ਰੁੱਖ 'ਤੇ ਲੱਗਿਆ ਹੋਇਆ ਫਲ, ਲੱਗੇ ਹੋਏ ਪੱਤੇ ਜਾਂ ਧਰਤੀ 'ਤੇ ਉੱਗਿਆ ਹੋਇਆ ਰੁੱਖ ਓਨਾ ਚਿਰ ਤੱਕ ਸਜੀਵ ਰਹਿ ਸਕਦਾ ਹੈ ਜਦੋਂ ਤੱਕ ਉਹ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ।
रुख दीयां जड़ां पाताल विच ने, बड़ी दूर दूर तक खिल रहीਆਂ ने। कित्थों कित्थों पानी एकत्रित करके रुख दे सारे हिस्से तक पहुँचाउंदियां ने ते रुख दी हरियाली बनी रहिंदी है। एक पत्ते दी हरियाली भी रुख दे उपर बनी रहिंदी है जिन्ना चिर उहदे नाल जुड़िया रहिंदा है। पर उहदा अगला पक्ष है कि उहदे नाल जुड़िया ही पत्ते दे उपर जदों हरियाली दी अवस्था बीत जाती है, हरियाली दा पੱਧਰ जदों गुजर जाता है, तो फिर वो पत्ता पीला जर्द होना शुरू हो जाता है और एक दिन दे विच नहीं हुंदा, हौली हौली हुंदा है। तो आखिर पीला जर्द होने तो बाद वो रुख दे नाल लगा तां रहिंदा, पर उहदी जिहड़ी होंद है वो रुख दे अनुकूल नहीं हुंदी, रुख दे लई शोभानीक नहीं हुंदी। तो वो पीला जर्द होने करके आखिर टुट के ते डिग पैंदा है। तो गुरु साहब जी इसे सलोक द्वारा सानू बख्शिश करदे फरमाउंदे हन, पत्तर पुरझेण, रुखां दे नाल लगे हुए पत्तर पुरझेण भाव हौली हौली भुरदे हन। पहलां पत्ते दी जिहड़ा सिरे वाला हिस्सा हुंदा पहलां वो सुकना शुरू हुंदा है। कदे देखियो आम करके जदों पत्ते हुंदे ने तां उहदी जड़ वाले पासियों नहीं, उहदे उपरले पासियों तां वो भी एक रचना प्रक्रिया दा ही एक सूत्र उहदे विच पिया होया है कि पत्ते का उपरला जिहड़ा हिस्सा हुंदा, जिहड़ा तिखा हुंदा थोड़ा जिहा जां थोड़ा बारीक हुंदा है, वो पहलां सुकना शुरू हुंदा है। तो ठीक इस तरह मनुखी जिंदगी है। मनुखी जिंदगी का भी पहला बल जिहड़ा है सिर दे पੱਧਰ तो घटना शुरू हुंदा है, तो उहदे विच ही सारे जीवन का फिर बल घटदा जिहड़ा है समझ विच आउंदा। तो गुरु साहब जी कहंदे पत्तर पुरझेण, जदों पत्तर पीले जर्द हो जाते हैं, भुर जाते हैं, तो उन्हां दे अंदर बनया होया हरियाली का जिहड़ा मादा है वो हौली हौली घटना शुरू हो जाता है। तो गुरु साहब जी कहंदे झड़ियंग, फिर वो झड़ जाते हैं। टुट जाना तो झड़ जाना ये वक्खो वक्खरियां गल्लां ने। टुट जाण दा मतलब टुट जाण दे विच तां अपना भी हो सकदा, कई वारी जिवें असीं रुखां दे पत्ते तोड़ दिंने, झड़ जाण दे विच हुंदा कि इहदी औध पूरी हो गई है। हुण इहदे पत्ते दे जीवन की औध जिहड़ी है वो रुख के सफ़र के विचों मनफी हो गई, इस करके हुण झड़ रहा है। तो गुरु साहब जी कहते झड़ियंग नह जड़िंग, एक बारी झड़ गया, उतर गया, डिग गया हेठां, दोबारा नहीं जोड़िया जा सकता। पेड़ संपता, जिस टाणी दे नालों जिस शाख दे नालों पत्ता टुटिया दोबारा नहीं जोड़िया जा सकता, दोबारा नहीं जुड़ता। इस प्रकार उदाहरण दे के गुरु साहब जी बख्शिश करते हैं, नाम विहूण बिखमता नानक, बहंत जोन बासुरो रैणी। तो गुरु साहब जी कहते इस प्रकार परमेश्वर के नाम तो विछुन्ने हुए जीव झड़ जाते हैं हौली हौली विकारां दे रस सहित, फिर डिग पैंदे हन विकारां दी खाई दे विच। बहंत जोन बासुरो रैणी, फिर पता नहीं किन्नियां जूनां दे विच उन्हां दा भटकण हुंदा रहिंदा है। एक पक्का पत्ता है जिहड़ा रुख नाल जुड़िया होया, झक्खड़ उहदे ते भी आउंदा है, पर वो झक्खड़ दे विच आनंद लैंदा रहिंदा है। जिवें हुण इन्ने झक्खड़ आउंदे ने, सारे रुख किते झक्खड़ दे विच खाली थोड़ा हो जांदे ने पत्तियां तो, पत्ते उस तरह सजीव लगे रहिंदे ने। इस प्रकार क्यों? क्योंकि अपनी शाख नाल जुड़े हुए ने। तो इस प्रकार गुरु साहब जी कहते नाम विहूण बिखमता नानक, जिहड़ा नाम तो विहूणा पुरख है, नाम तो विहूणा इंसान है। तो गुरु साहब जी कहते बहंत जोन बासुरो रैणी। और गुरु साहब जी ने शब्द वरत्या बिखमता। बिखमता शब्द का भाव यह है कि इस गल नूं भुल गया कि मेरी हरियाली मेरे वजूद नाल जुड़न करके है। बिखमता का भाव उस हरियाली के भाव नूं भुल गया तो समझण लग पिया कि शायद मैं शाख तो दूर हो जावांगा तो मेरी हरियाली बनी रहेगी, तो मेरी हरियाली बनी रहेगी। इस भरम दे विच गुरु साहब जी कहते जदों जीव बिखमता माया के प्रभाव विच आके परमेश्वर के नाम रूप नाम रस ते नाम व्यापकता के होंद वाले अभ्यास तो छुटक जाता है। बहंत जोन बासुरो रैणी, फिर वो अनेकां जूनां के भरमण विच भटकदा रहिंदा है। हुण इस वाक नूं गहन नुकते तो थोड़ा वाचण का यतन करिए। तो सतगुरु साहब जी कहते नाम विहूण। हुण नाम विहूण का मतलब है कि परमेश्वर की हस्ती का बोध जिस द्वारा होवे उन्नूं नाम कहा जाता है। जिवें मेरे नाल मिलण वाले इंसान मेरा बोध मेरे नाम करके रखते हैं, इस प्रकार परमेश्वर की होंद सत है।
ਰੋਜ਼ਾਨਾ ਮੂਲ ਮੰਤਰ ਦੀ ਬਾਣੀ ਦਾ ਅਸੀਂ ਜਾਪ ਕਰਦੇ ਹਾਂ। ਦੂਜਾ ਪਦ ਆਉਂਦਾ ਸਤਨਾਮ। ਸਤ ਦਾ ਮਤਲਬ ਸਦੀਵ ਹੈ, ਵਿਆਪਕ ਹੈ, ਕੋਈ ਗੁੰਜਾਇਸ਼ ਨਹੀਂ ਕਿ ਉਹ ਹਸਤੀ ਨਹੀਂ ਹੈ, ਕੋਈ ਸ਼ੱਕ ਸੁਭਾਅ ਦਾ ਵੀ ਕੋਈ ਕਾਰਨ ਨਹੀਂ ਕਿ ਉਹ ਨਹੀਂ ਹੈ। ਸਦੀਵ ਹੈ, ਪਰ ਉਹ ਸਦੀਵ ਸਰਗੁਣਤਾ ਵਿੱਚ ਵੀ ਹੈ, ਭਾਵ ਕਿ ਇਹਨਾਂ ਅੱਖਾਂ ਨਾਲ ਵੀ ਦੇਖੀ ਜਾ ਸਕਦੀ ਹੈ, ਅਤੇ ਨਿਰਗੁਣਤਾ ਵਿੱਚ ਵੀ ਹੈ ਕਿ ਜਿਹੜੀ ਇਹਨਾਂ ਅੱਖਾਂ ਨਾਲ ਨਹੀਂ ਵੀ ਦੇਖੀ ਜਾ ਸਕਦੀ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਨਾਮ ਬਿਹੂਣ, ਜਿਹਨੂੰ ਉਹਦੇ ਸਤ ਵਿਆਪਕ ਹੋਣ ਦਾ ਖਿਆਲ ਨਹੀਂ ਹੈ। ਜਿਹੜਾ ਸਮਝਦਾ ਹੈ ਕਿ ਹੁਣ ਉਹਦੇ ਵਿਆਪਕ ਹੋਣ ਦਾ ਖਿਆਲ ਮਨੁੱਖ ਕਦੋਂ ਛੱਡਦਾ ਹੈ? ਜਦੋਂ ਮਨੁੱਖ ਨੂੰ ਆਪਣੀ ਹੋਂਦ, ਆਪਣੀ ਹਉ ਮੁਖੀ ਹੋਂਦ ਦਾ ਪਤਾ ਲੱਗਣਾ ਸ਼ੁਰੂ ਹੁੰਦਾ ਹੈ। ਮਨੁੱਖ ਸਮਝਦਾ ਹੈ ਮੈਂ ਅੱਖਾਂ ਦੁਆਰਾ ਦੇਖਦਾ, ਕੰਨਾਂ ਦੁਆਰਾ ਸੁਣਦਾ, ਬੁੱਧੀ ਦੁਆਰਾ ਸੋਚਦਾ, ਸਰੀਰ ਦੁਆਰਾ ਕਰਦਾ ਹਾਂ, ਅਤੇ ਇਹ ਸਾਰਾ ਕੁਝ ਤਾਂ ਮੈਂ ਆਪਣੇ ਆਪ ਕਰ ਰਿਹਾ ਹਾਂ। ਇਹਦਾ ਮਤਲਬ ਮੇਰੀ ਹੋਂਦ ਆਪਣੇ ਆਪ 'ਚ ਹੀ ਹੈ, ਮੈਨੂੰ ਕੋਈ ਵੱਡੀ ਹਸਤੀ ਸਿਰਜਣ ਵਾਲੀ ਨਹੀਂ ਹੈ। ਜਦੋਂ ਇਸ ਤਰ੍ਹਾਂ ਦੇ ਭਰਮ ਵਿੱਚ ਪੈਂਦਾ ਤਾਂ ਉਹ ਨਾਮ ਬਿਹੂਣ, ਭਾਵ ਪਹਿਲੇ ਪੱਧਰ 'ਤੇ ਨਾਮ ਦੇ ਅਭਿਆਸ ਤੋਂ ਦੂਰ ਚਲਿਆ ਗਿਆ ਕਿ ਮੈਂ ਕਿਸੇ ਵੱਡੇ ਹਸਤੀ ਤੋਂ ਪੈਦਾ ਹੋਇਆ ਹਾਂ ਅਤੇ ਉਸੇ ਹਸਤੀ ਦਾ ਪੈਦਾ ਕੀਤਾ ਹੋਇਆ ਬਲ ਮੇਰੇ ਜੀਵਨ ਦੇ ਵਿੱਚ ਚੱਲ ਰਿਹਾ, ਜਿਹੜਾ ਇਸ ਗੱਲ ਨੂੰ ਭੁੱਲ ਜਾਂਦਾ ਹੈ। ਨਾਮ ਬਿਹੂਣ ਬਿਖਮਤਾ ਦਾ ਇਹ ਪਹਿਲਾ ਪੱਧਰ ਹੈ। ਹੁਣ ਉਦਾਹਰਨ ਦੇ ਤੌਰ 'ਤੇ ਸਾਡੇ ਸਾਰਿਆਂ ਦੇ ਜੀਵਨ ਦਾ ਜਦੋਂ ਆਰੰਭ ਹੁੰਦਾ ਤਾਂ ਸਾਨੂੰ ਆਪਣਾ ਨਾਮ, ਜਾਤ, ਅਹੁਦਾ, ਹੋਰ ਸਾਰਾ ਕੁਝ ਯਾਦ ਰਹਿੰਦਾ ਹੈ, ਪਰ ਇਹ ਨਹੀਂ ਯਾਦ ਰਹਿੰਦਾ ਕਿ ਕਿੱਥੋਂ ਉਪਜੇ ਸਾਂ, ਸਾਡਾ ਆਦਿ ਮੁੱਢ ਕੀ ਹੈ। ਤਾਂ ਗੁਰਬਾਣੀ 'ਚ ਸਾਨੂੰ ਨਾ ਸਾਡੀ ਜਿਹੜੀ ਅਹੰਕਾਰੀ ਦਸ਼ਾ ਬਣ ਜਾਂਦੀ ਹੈ ਉਹਦੇ ਤੋਂ ਸੁਚੇਤ ਕੀਤਾ ਗਿਆ। ਗੁਰਬਾਣੀ ਜ਼ਿਕਰ ਮਿਲਦਾ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ ਦਾ ਸਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਅੱਜ ਬੜਾ ਤਾਣ ਹੈ, ਅੱਜ ਬੜਾ ਅਹੰਕਾਰ ਹੈ, ਬੜਾ ਮਾਣ ਗਰਵ ਹੈ ਆਪਣੀ ਸੁੰਦਰਤਾ ਦਾ, ਜੋਬਨ ਦਾ, ਪਦਾਰਥਾਂ ਦਾ, ਧਨ ਸੰਪਦਾ ਦਾ, ਪ੍ਰਤਿਭਾ ਦਾ। ਪਰ ਗੁਰੂ ਸਾਹਿਬ ਜੀ ਕਹਿੰਦੇ ਜਬ ਦਾ ਸਮਾਸ, ਜਦ ਤੇਰੀ ਰਚਨਾ ਦਾ ਵਿਧਾਨ ਮਾਲਕ ਨੇ ਬਣਾਇਆ, ਤੇਰਾ ਜੀਵਨ ਪੁੱਠਿਆ ਲਟਕਾ ਕੇ ਸਿਰਜਣਾ ਸ਼ੁਰੂ ਕੀਤਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਸੋ ਦਿਨ ਕੈਸੇ ਭੁੱਲਿਆ। ਉਹ ਦਿਨਾਂ ਦੀ ਹਾਲਤ ਨੂੰ ਕਿਸ ਪ੍ਰਕਾਰ ਭੁੱਲ ਗਿਆ। ਨਾਮ ਬਿਹੂਣ ਬਿਖਮਤਾ ਨਾਨਕ, ਜਦੋਂ ਭੁੱਲ ਗਿਆ ਹੁਣ ਕੀ ਹੈ? ਗੁਰੂ ਸਾਹਿਬ ਜੀ ਕਹਿੰਦੇ ਨਾਮ ਬਿਹੂਣ ਬਿਖਮਤਾ ਨਾਨਕ, ਬਹੰਤ ਜੋਨ ਬਾਸਰੋ ਰਹਿਣੀ। ਹੁਣ ਜਿਹੜਾ ਪੱਤਾ ਰੁੱਖ ਨਾਲੋਂ ਟੁੱਟ ਗਿਆ ਹੈ, ਹੁਣ ਉਹਨੂੰ ਨਿੱਕੀ ਜਿਹੀ ਹਵਾ ਜਿੱਥੇ ਮਰਜ਼ੀ ਉਡਾ ਕੇ ਲੈ ਜਾਏ, ਜਿੱਥੇ ਮਰਜ਼ੀ ਉਡਾ ਕੇ ਲੈ, ਜਿਹੜੇ ਰੁੱਖ ਦੇ ਨਾਲ ਲੱਗੇ ਨੇ ਝੱਖੜ ਉਹਨਾਂ 'ਤੇ ਵੀ ਆਏਗਾ, ਪਰ ਉਹਨਾਂ ਦੀ ਹਸਤੀ ਸਾਬਤ ਰਹੇਗੀ। ਅਤੇ ਜਿਹੜੇ ਆਪਣੇ ਮੂਲ ਸ਼ਾਖ ਨਾਲੋਂ ਟੁੱਟ ਗਏ ਨੇ, ਫਿਰ ਵਕਾਰਾਂ ਦੀਆਂ ਲਹਿਰਾਂ ਉਡਾ ਕੇ ਜਿੱਧਰ ਮਰਜ਼ੀ ਲੈ ਜਾਣ, ਭਾਵੇਂ ਅੱਧ ਸਮਾਨ ਦੇ ਵਿੱਚ ਲਿਜਾ ਕੇ ਇੱਕਦਮ ਸੁੱਟ ਦੇਣ। ਕਦੇ ਦੇਖਣਾ ਕਿ ਕਈ ਵਾਰੀ ਨਾ ਇਹ ਪ੍ਰਕਿਰਤਕ ਦ੍ਰਿਸ਼ ਹੁੰਦੇ ਨੇ, ਇਹਨਾਂ ਨੂੰ ਦੇਖਣ ਦਾ ਵੀ ਯਤਨ ਕਰਨਾ ਚਾਹੀਦਾ, ਇਕੱਲਾ ਸੁਣਨ ਦਾ ਨਹੀਂ। ਤਾਂ ਜਿਵੇਂ ਕਈ ਵਾਰੀ ਆਉਂਦਾ ਕਿ ਕੋਈ ਚੱਕਰਵਾਤ, ਤੂਫਾਨ, ਬੁੱਲਾ ਆਦਿਕ ਆਉਂਦਾ ਹੈ, ਤਾਂ ਪੱਤੇ ਬੜੇ ਅੱਧ ਸਮਾਨ ਚਲੇ ਜਾਂਦੇ ਨੇ, ਫਿਰ ਉੱਥੇ ਜਾ ਕੇ ਉਹ ਚੱਕਰ ਦਾ, ਤੂਫਾਨ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਫਿਰ ਉਹ ਕਈ ਵਾਰੀ ਬਹੁਤ ਜਲਦੀ ਨਾਲ ਅਤੇ ਕਈ ਵਾਰੀ ਬੜੀ ਹੌਲੀ ਹੌਲੀ ਆਖਰ ਜ਼ਮੀਨ 'ਤੇ ਆ ਜਾਂਦੇ ਨੇ। ਇਹਦਾ ਮਤਲਬ ਹੁਣ ਉਹਦੀ ਕੋਈ ਹਸਤੀ ਨਹੀਂ ਰਹੀ। ਜਦੋਂ ਮਰਜ਼ੀ ਹਵਾ ਚਾਹੇ ਉਹਨੂੰ ਜਿੱਥੇ ਮਰਜ਼ੀ ਉਡਾ ਕੇ ਲੈ ਜਾਏ, ਜਿੱਥੇ ਮਰਜ਼ੀ ਲਿਜਾ ਕੇ ਸੁੱਟ ਦੇ। ਅਤੇ ਜਿਹੜਾ ਪਰਮੇਸ਼ਰ ਦੀ ਯਾਦ ਤੋਂ ਛੁੱਟ ਗਿਆ ਹੈ, ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਬਣਨ ਵਾਲੇ ਆਨੰਦ ਤੋਂ ਭੁੱਲ ਗਿਆ ਜਾਂ ਵਿਰਵਾ ਰਹਿ ਗਿਆ, ਤਾਂ ਗੁਰੂ ਸਾਹਿਬ ਜੀ ਕਹਿੰਦੇ ਹੁਣ ਵਕਾਰਾਂ ਦੇ ਰਸ ਇਹਨੂੰ ਜਿੱਧਰ ਮਰਜ਼ੀ ਉਡਾ ਕੇ ਲੈ ਜਾਣ। ਕਦੇ ਇਹਨੂੰ ਕਾਮ ਵਾਲੇ ਪਾਸੇ ਉਡਾ ਕੇ ਲੈ ਜਾਣਗੇ, ਕਦੇ ਕ੍ਰੋਧ ਵਾਲੇ ਪਾਸੇ, ਕਦੇ ਅਹੰਕਾਰ ਵਾਲੇ ਪਾਸੇ, ਅਤੇ ਇਹਦੀ ਇਹ ਜਿਹੜੀ ਹਲਕੀ ਹਾਲਤ ਹੈ ਉਹ ਬਣੀ ਹੀ ਰਹੇਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਨਾਮ ਬਿਹੂਣ ਬਿਖਮਤਾ, ਨਾਮ ਬਿਹੂਣ ਬਿਖਮਤਾ ਦਾ ਪਹਿਲਾ ਭਾਵ ਸਾਂਝਾ ਕੀਤਾ ਕਿ ਜਦੋਂ ਮਨੁੱਖ ਆਪਣੀ ਹਸਤੀ ਨੂੰ ਅਕਾਲ ਪੁਰਖ ਤੋਂ ਵੱਖਰੀ ਸਮਝਣੀ ਸ਼ੁਰੂ ਕਰ ਦੇਵੇ ਅਤੇ ਆਪਣੇ ਜੀਵਨ ਵਿੱਚ ਚੱਲਣ ਵਾਲੀਆਂ ਸਾਰੀਆਂ ਕਿਰਿਆਵਾਂ ਨੂੰ ਆਪਣੀਆਂ ਹੀ ਸਿਰਜਿਤ, ਆਪਣੀਆਂ ਹੀ ਸਵੈਚਾਲਿਤ ਸਮਝਣ ਲੱਗ ਪਵੇ, ਉਦੋਂ ਮਨੁੱਖ ਦੇ ਅੰਦਰ ਨਾਮ ਬਿਹੂਣ ਪੈਦਾ ਹੁੰਦਾ ਹੈ। ਗੁਰਬਾਣੀ 'ਚ ਸਤਿਗੁਰੂ ਸਾਹਿਬ ਜੀ ਦੇ ਇਸ ਤਰ੍ਹਾਂ ਦੇ ਬੜੇ ਵਾਕ ਹਨ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਮ ਬਿਹੂਣ ਬਿਖਮਤਾ ਦਾ ਦੂਜਾ ਭਾਵ ਕੀ ਹੈ? ਪਹਿਲਾ ਭਾਵ ਹੈ ਕਿ ਆਪਣੀ ਹਸਤੀ ਨੂੰ ਵੱਖਰੇ ਮੰਨ ਲੈਣਾ। ਨਾਮ ਬਿਹੂਣ ਬਿਖਮਤਾ ਦਾ ਦੂਜਾ ਭਾਵ ਇਹ ਹੈ ਕਿ ਜਿਸ ਆਨੰਦ ਦੀ ਤਲਾਸ਼ ਦੇ ਲਈ ਮਨੁੱਖ ਯਤਨ ਕਰਦਾ ਹੈ, ਉਹ ਇਹਦੇ ਅੰਦਰ ਵਿਆਪਤ ਹੈ। ਅੰਦਰੋਂ ਵਿਆਪਤ ਦੀ ਸੁੱਧ ਭੁੱਲ ਗਿਆ ਹੈ ਅਤੇ ਬਾਹਰੋਂ ਇਹਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹਨੂੰ ਇਹ ਗੱਲ ਭੁੱਲ ਗਈ ਹੈ ਕਿ ਮੇਰੀ ਹਰਿਆਲੀ ਉਹਦੇ ਨਾਲ ਜੁੜਨ ਕਰਕੇ ਸੀ,
इस करके हुण इस भरम दे विच पै गया कि जे मैं इहदे नालों नाता तोड़ किसी होर पासे जोड़ लां, भाव के पत्ते वांग झड़ के जां टुट के किसी दूजे रुख नाल जुड़ना चाहां तो शायद इहदे नालों वड्डा आनंद जां हरियाली बनी रहे। तो गुरु साहब जी कहंदे इस भरम दे विच भी जीव टुटदे ने। हुण उदाहरण के तौर पर जितने बंदे विषयां विकारां विच लिप्त हुंदे ने वो जीवन दे इसे करके, हुण गल की है इत्थे मनोविग्यानक नुकता बड़ा गहरा है। जदों मनुख गर्भ काल दा हुंदा उहदे अंदर आनंद दा सौमा एक बणिया रहिंदा है, तो जदों दा जन्म हुंदा ते उहदी प्रतीत पहले पੱਧਰ ते विसरदी है। जदों भाई गुरदास साहब जी कहंदे ना रोवै रतन गवाए कै, ਇਹਦਾ मतलब कुछ एक ख्याल ਉਹਦੇ ਅੰਦਰੋਂ ਭੁੱਲ ਗਿਆ कि आनंद मेरे अंदर व्यापत सी। फिर हुण अंदर ਉਹਦੀ ਝਾਤ ਵੱਜਦੀ नहीं, मुश्किल ਇੱਥੇ पैदा हो जाती है। पर ਉਹਦੀ ਭੁੱਖ लगदी है आनंद ਦੀ, ਉਹ ਬੇਪਰਵਾਹੀ ਦੇ रूप ਵਿੱਚ, ਨਿਰਲੇਪ ਰਹਿਣ ਦੇ रूप ਵਿੱਚ, ਨਿਸ਼ਕਪਟ ਰਹਿਣ ਦੇ रूप ਵਿੱਚ। फिर ਉਹਦੀ तलाश ਲਈ ਉਹ ਕਹਿੰਦਾ ਬਾਹਰੋਂ शायद कुछ ਲੱਭ जाए। ਤਾਂ ਜਦੋਂ ਬਾਹਰ ਜਿਵੇਂ ਜਿਵੇਂ ਯਤਨ ਕਰਦਾ ਹੈ फिर बाहर मुखता का ही गुलाम होकर रह जाता। तो गुरु साहब जी कहते नाम विहूण बिखमता का दूजा भाव है कि जो रब्बी आनंद उहदी याद विच जुड़ के मिलना सी, उन्होंने भुल के हुण विखे पदार्थां दे रसां विच फसिया होया है तो जीवन की समझ नहीं आ रही। तो गुरबाणी च सानू चेतन किया गया, विखै बाच हर राच समझ मन बौरा रे, गयो न राम जहाज। भाव कि हे मन विखिया विच रचिया होया है। इसे प्रकार गुरु साहब जी ने गुरबाणी जो ये बख्शिश की है ना, परमेश्वर ते भुल्लिया व्यापन सभे रोग। ਇਹਦਾ मतलब ਜਿਹੜੇ रब्बी जात के सिलसिले तो विछड़ चुके हैं, परमेश्वरी चिंतन के नुकते तो विछड़ चुके हैं, वो जीवन के किसी पੱਧਰ ਨੂੰ भी मान रहे होण। गुरु साहब जी कहते बहंत जोन बासरो रहनी ਉਹਦੇ भरमण ਦੇ ਵਿੱਚ भटकते रहते हैं। हुण भगत कबीर साहब जी ने अपने सलोकां ਵਿੱਚ ਇੱਕ प्रमाण ਦਿੰਦੇ ਨੇ, कबीर फल लागे फलन पाकन लागे आम, जाए पहुँचे खसम को जो बीच ना काही काम। कबीर जी के किसी संगी ने कहा, कबीर साहब जी अंब के रुख नूं अंब लगने, निक्के निक्के अंब लगने शुरू हो गए ने, बड़े चंगे लगते हैं, किड्डे रसीले ने। तो भगत कबीर साहब जी कहन लगे अंब लगने चंगे ने, रसीले ने, मन नूं मोहित भी करते हैं, रस नाल भरे ने, पर ये सफले उदों गिने जाणगे जदों सारिया झक्कड़ां तूफानां नूं झल के पहलां तां अपनी घाड़त पूरी कर लैणगे, भाव के रस जाणगे, फिर किसी रस करन वाले दे मूँह तक, उहदी रसना तक, जुबान तक पहुँच के ते उहदे काम आ सकणगे रस रूप दे विच, उदों ये अंब कामयाब ने। हुण साडा जीवन भी कई वारी इस तरह चलदा, आरंभ दे विच बंदगी दा चाह, सेवा दा अभ्यास, गुरबाणी दा चिंतन, ये सारियां चीज़ां बनदियां ने। तो कई बार इन्हां चीज़ों के शायद जीवन चल रहा होंदा, तो लगता है कि ये जीवन हुण बस गुरमुखी घाड़त विच पूरा है। पर गुरु भगत कबीर साहब जी कहते जिवें पक जाता है, हुण जो अंब पकदा है उहदा रंग भी बदलदा है, उहदे अंदर दा खट्टा रस मिठा भी हुंदा है। इहदा मतलब जदों गुरबाणी च वाक हुंदा ना, नींब पयो आंब आंब पयो नींबा, इहदा मतलब है कि जदों बंदा रब्बी याद विच जुड़दा है तो जिहड़े विकारां दे खट्टे रस हन वो प्रवृत्त होने शुरू होंदे हन। नींब पयो आंब, निंबू खट्टा है, अंब मिठा है। तो भगत साहब जी फरमाउंदे नींब पयो आंब आंब पयो नींबा, जिहड़े दुनिया के खट्टे रस सन है ना, तो उन्हां वल्लों वो जिहड़े हन वो उल्ट प्रतिकूल भासने शुरू हो जाते हैं, तो फिर खट्टिਆਂ ਨੂੰ ਛੱਡ ਦਿੰਦਾ ਤੇ रस ਨੂੰ मनुख संग्रहित करता है, केला पाका झारता। इस प्रकार भगत कबीर साहब जी कहते जाए पहुँचे खसम को, जिन्हों ने परमेश्वरी याद विच जुड़ जुड़ के रब्बी गुणा की साधना कर करके अपने आप नूं हरिया कर लिया। हुण ना कई बारी वाक पढ़दे तां वो वाक दे अर्थ बड़ी दफ़ा कीते हुंदे ने, पर बुद्धि उहदे नाल फिर भी सहमत नहीं हुंदी कि नहीं गल है नहीं इन्नी। रोज़ाना वाक पढ़ते हाँ, तरस पया में रामत होई सतगुर सज्जण मिलिया, नानक नाम मिलै तां जीवा, तन मन थीवै हरिया। हरिया तो प्रकृति के मसले च कहा जाता है कि फसल हरी भरी है, रुख हरिया भरिया, फुल वाड़ी बगीचा हरिया भरिया, पर गुरु साहब जी कहते इत्थे तन मन हरिया। तो यदा मतलब की बनता है? यदा मतलब है कि जदों पौधे नूं, हुण पौधे मुरझाउंदे कदों ने, जदों पानी नहीं मिलता। तो इस प्रकार जदों मनुख तेनू रब्बी याद की आधार का पानी मिलना बंद हो गया, तो जिहड़ी रब्बी गुणा की महक वाला तेरा जीवन है
ਉਹ ਸੁੱਕਾ ਸੜਨਾ ਸ਼ੁਰੂ ਹੋ ਜਾਏਗਾ। ਤੇ ਜਦੋਂ ਸੁੱਕਾ ਸੜਨਾ ਸ਼ੁਰੂ ਹੋ ਗਿਆ ਤੇ ਫਿਰ ਤੂੰ ਆਪਣੇ ਜੀਵਨ ਨੂੰ ਮੁਰਦੇ ਹਾਣ ਦੇ ਤਲ 'ਤੇ ਹੰਢਾਏਗਾ। ਹੁਣ ਇਸ ਵਾਕ ਨੂੰ ਕਹਿ ਲਿਆ ਜਾਵੇ ਕਿ ਧਰਮ ਦੇ ਲੱਖਣਾਂ ਤੋਂ 90% ਦੁਨੀਆ ਮੁਰਦਾ ਹੈ ਤਾਂ ਕੋਈ ਵੀ ਇਸ ਗੱਲ ਨਾਲ ਸਹਿਮਤ ਨਹੀਂ ਹੋਏਗਾ। ਉਦਾਹਰਨ ਦੇ ਤੌਰ 'ਤੇ ਹੁਣ ਮੁਰਦਾ ਕਿਵੇਂ, ਇਹ ਵੀ ਇੱਕ ਸਵਾਲ ਪੈਦਾ ਹੋ ਜਾਂਦਾ। ਮੁਰਦਾ ਇਸ ਕਰਕੇ ਹੈ ਕਿ ਜਿਸ ਪਰਮੇਸ਼ਰ ਦੀ ਸ਼ਾਖ ਨਾਲ ਜੁੜਿਆ ਸੀ ਅਤੇ ਹਰਿਆਲੀ ਸੀ, ਹੁਣ ਉਸ ਸ਼ਾਖ ਨਾਲ ਉਹ ਟੁੱਟ ਗਿਆ। ਇਹਦੇ ਅੰਦਰ ਧਰਮ ਦੇ ਸ਼ੁਭ ਲੱਖਣ ਵਿਆਪਤ ਨਹੀਂ ਰਹੇ, ਇਹਦੇ ਹਿਰਦੇ ਵਿੱਚ ਦਇਆ ਦੀ ਸੰਵੇਦਨਾ ਨਹੀਂ ਰਹੀ, ਖਿਮਾ ਦਾ ਬਲ ਜਿਹੜਾ ਇਹਦੇ ਅੰਦਰ ਨਹੀਂ ਰਿਹਾ, ਇਹਦੇ ਅੰਦਰ ਜਿਹੜਾ ਸਮਦ੍ਰਿਸ਼ਟ ਸਮ ਵਿਵਹਾਰ ਜਾਂ ਇੱਕ ਰਸ ਹੋਣਾ ਹੈ ਇਹ ਨਹੀਂ ਰਿਹਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਹੰਤ ਜੋਨ ਬਾਸਰੋ ਰਹਿਣੀ, ਬੜੀਆਂ ਜੂਨਾਂ ਦੇ ਭ੍ਰਮਣ ਭਟਕਣ ਦੇ ਵਿੱਚ ਪਿਆ ਰਹਿੰਦਾ ਕਿ ਜੀਵਨ ਦੀ। ਹੁਣ ਦੂਜੀ ਗੱਲ, ਇਸ ਤੋਂ ਅਗਲਾ ਨੁਕਤਾ ਕੀ ਬਣਦਾ? ਹੁਣ ਜੀ ਇੱਕ ਗੱਲ ਹੈ ਕਿ ਮਨੁੱਖ ਆਪਣੀ ਜਿਹੜੀ ਤਨ ਮਨ ਥੀਵੈ ਵਾਰੀ ਹਾਰਿਆ ਵਾਲੀ ਹਾਲਤ ਹੈ ਉਹਨੂੰ ਕਈ ਵਾਰੀ ਬਾਹਰੀ ਅਭਿਆਸਾਂ ਦੇ ਨਾਲ ਬੁੱਝਣ ਦਾ ਯਤਨ ਕਰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਾਹਰ ਵਿੱਚ ਕੁਝ ਵੀ ਨਹੀਂ ਹੈ। ਹੁਣ ਦੇਖੋ, ਜੇ ਰੁੱਖ ਦੀਆਂ ਜੜ੍ਹਾਂ ਜਿਹੜੇ ਰੁੱਖ ਦੀਆਂ ਜੜ੍ਹਾਂ ਬਾਹਰ ਰਹਿ ਜਾਂਦੀਆਂ ਨੇ ਉਹ ਸੁੱਕ ਜਾਂਦਾ ਜਦੋਂ ਕੋਈ ਜੜ੍ਹ ਨੰਗੀ ਹੋ ਜਾਏ। ਇਸ ਕਰਕੇ ਜਦੋਂ ਪੌਦਾ ਲਗਾਉਂਦੇ ਹਾਂ ਤਾਂ ਥੋੜ੍ਹਾ ਗਹਿਰਾ ਦੱਬਿਆ ਜਾਂਦਾ ਹੈ ਕਿ ਇਹਦੀ ਜੜ੍ਹ ਟੱਕੀ ਰਹੇ। ਹੁਣ ਜਿਹਦੀ ਜੜ੍ਹ ਬੰਦਗੀ ਰੂਪ ਵਿੱਚ ਟੱਕੀ ਨਹੀਂ ਰਹੀ, ਜਿਹਨੇ ਆਪਣੇ ਜੀਵਨ ਨੂੰ ਬਾਰ-ਬਾਰ ਹੀ ਖਿਲਾਰ ਲਿਆ, ਤਾਂ ਜਿਹੜਾ ਮੌਨ ਗਹਿਰੇ ਅਭਿਆਸ ਵਿੱਚ ਉਤਰ ਨਹੀਂ ਰਿਹਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਮੁਰਝਾਏਗਾ, ਉਹ ਵੀ ਸੁੱਕ ਸੜ ਜਾਏਗਾ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬਹੰਤ ਜੋਨ ਬਾਸਰੋ ਰਹਿਣੀ, ਅਨੇਕਾਂ ਜੂਨਾਂ ਦੇ ਭਰਮਣ ਭਟਕਣ ਦੇ ਵਿੱਚ ਪਿਆ ਰਹਿੰਦਾ। ਇਸ ਕਰਕੇ ਕਿੱਡਾ ਵੱਡਾ ਪ੍ਰਤੀਕ ਭਗਤ ਕਬੀਰ ਸਾਹਿਬ ਜੀ ਨੇ ਸਿਰਜਿਆ ਹੈ ਕਿ ਅੰਬ ਦਾ ਪਹਿਲਾ ਗੁਣ ਫਲ ਤਾਂ ਬਣ ਗਿਆ ਪਰ ਇਹ ਖੱਟਾ ਹੈ। ਇਹ ਖੱਟੇ ਦੇ ਗੁਣ ਨੂੰ ਮਿੱਠੇ ਦੇ ਵਿੱਚ ਪ੍ਰਵਿਰਤ ਕਰਨਾ ਹੈ ਤਾਂ ਤੈਨੂੰ ਸਾਰਾ ਧੁੱਪ ਦਾ ਸੇਕ ਸਹਿਣਾ ਪਏਗਾ। ਫਲ ਤਪਸ਼ ਨਾਲ ਹੀ ਪੱਕਦੇ ਨੇ, ਚਾਹੇ ਉਹ ਤਪਸ਼ ਮਨੁੱਖ ਦੇ ਦੇਵੇ ਚਾਹੇ ਪ੍ਰਕਿਰਤੀ ਦੇ ਦੇਵੇ। ਜਿੰਨਾ ਚਿਰ ਸੇਵਾ ਸਿਮਰਨ ਦੇ ਗੁਣਾਂ ਵਿੱਚ ਤੂੰ ਆਪਣੇ ਆਪ ਨੂੰ ਤਪਾਉਂਦਾ ਨਹੀਂ ਅਤੇ ਤੇਰੇ ਅੰਦਰ ਜਿਹੜੇ ਵਿਸ਼ਿਆਂ ਵਿਕਾਰਾਂ ਦੇ ਖੱਟੇ ਰਸ ਬਣੇ ਹੋਏ ਹਨ ਅਤੇ ਉਹ ਖੱਟੇ ਤੈਨੂੰ ਮਿੱਠੇ ਭਾਸਦੇ ਹਨ, ਉਹ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਉਦੋਂ ਹੀ ਮਿੱਠੇ ਹੋਣਗੇ ਜਦੋਂ ਤੂੰ ਆਪਣੇ ਆਪ ਨੂੰ ਪਰਮੇਸ਼ਵਰੀ ਜਾਤ ਦੇ ਵਿੱਚ ਲੀਨ ਕਰ ਦੇਂਗਾ। ਅਤੇ ਫਿਰ ਜਦੋਂ ਇਹ ਰਸ ਮਿੱਠੇ ਹੋ ਗਏ ਤਾਂ ਫਿਰ ਤੂੰ ਕਹੇਂਗਾ ਕਿ ਇਹ ਰਸ ਉਸ ਰਸ ਦੇ ਬਰਾਬਰ ਨਹੀਂ। ਗੁਰਬਾਣੀ 'ਚ ਵਾਕ ਆਉਂਦਾ ਹੈ, ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਬਖਸ਼ਿਸ਼ ਕਰਦੇ ਹਨ, ਨਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਜੇ ਬਾਹਰੀ ਰਸਾਂ ਵਿੱਚ ਰਹਿੰਦਾ ਹੈ, ਹੁਣ ਬਾਹਰੀ ਰਸਾਂ ਦੀ ਗੱਲ ਕਰ ਲਈ ਜਾਵੇ, ਬਾਹਰੀ ਰਸਾਂ ਵਿੱਚ ਰਹਿੰਦਾ ਹੈ, ਬਚਪਨ ਤੋਂ ਮਿਠਾਈ ਖਾਣੀ ਸ਼ੁਰੂ ਕੀਤੀ ਹੈ, ਮਰਨ ਤੱਕ ਮਿਠਾਈ ਦਾ ਰਸ ਮੁੱਕ ਹੀ ਨਹੀਂ ਰਿਹਾ, ਹੋਰ ਪੂਰਤੀ ਕਰਦਾ ਜਾ ਰਿਹਾ ਅਤੇ ਉਹਦੇ ਕਰਕੇ ਵੱਧਦੀ ਜਾ ਰਹੀ ਹੈ, ਤਾਂ ਉਹ ਤ੍ਰਿਪਤੀ ਨਹੀਂ ਆ ਰਹੀ। ਪਰ ਨਾਮ ਰਸ ਦੇ ਵਿੱਚ ਤ੍ਰਿਪਤੀ ਹੈ, ਬੰਦਾ ਰੱਜ ਰਹਿੰਦਾ। ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦਾ ਗੁਰਮੁਖ ਰੱਜੇ ਰਹਿੰਦੇ ਨੇ। ਕਾਹਦੇ ਕਰਕੇ? ਕਿ ਉਹਨਾਂ ਦੀ ਆਤਮਾ ਨੂੰ ਰੱਜ ਆ ਗਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਹੰਤ ਜੋਨ ਬਾਸਰੋ ਰਹਿਣੀ, ਜਿਹੜਾ ਪਰਮੇਸ਼ਰੀ ਜਾਤ ਤੋਂ ਛੁੱਟ ਗਿਆ, ਵਿਛੁੰਨ ਗਿਆ, ਤਾਂ ਉਹ ਫਿਰ ਆਪਣੀ ਆਤਮਿਕ ਤ੍ਰਿਪਤੀ ਦੇ ਨੂੰ ਨੀਵੇਂ ਪੱਧਰ 'ਤੇ ਲਿਜਾ ਕੇ ਹੋਰਾਂ ਪੱਧਰਾਂ ਵਿੱਚ ਭਟਕਦਾ ਰਹਿੰਦਾ ਹੈ। ਬਾਸਰੋ ਰਹਿਣੀ ਤੋਂ ਉਹਦਾ ਸਾਰੇ ਜੀਵਨ ਦੀ ਰਾਤ ਇਸੇ ਤਰ੍ਹਾਂ ਬਤੀਤ ਹੋ ਜਾਂਦੀ ਹੈ। ਭਾਵਨੀ ਸਾਧ ਸੰਗੇਣ ਲਵੰਤੰ ਬੜ ਭਾਗਣ। ਤਾਂ ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਭਾਵਨੀ ਸਾਧ ਸੰਗੇਣ। ਅੱਜ ਦਾ ਨਾ ਪਾਵਨ ਮੁੱਖ ਵਾਕ ਗੌ ਨਾਲ ਵਾਚਣਾ। ਪਾਵਨ ਮੁੱਖ ਵਾਕ ਵਿੱਚ ਕੀ ਆਇਆ ਹੈ? ਮਨ ਹਟ ਕਰ ਸਭ ਭਰਮ, ਮਨ ਹਟ ਕਰਮ ਸਭ ਭਰਮ ਦੇ ਸਭ ਥੱਕੇ ਕਰਮ ਕਮਾਏ। ਗੁਰੂ ਸਾਹਿਬ ਜੀ ਕਹਿ ਰਹੇ ਕਿ ਮਨ ਹਟ ਦੇ ਸਹਿਤ ਕੀਤੇ ਹੋਏ ਕਰਮ ਕਰਕੇ ਆਖਰ ਥੱਕ ਜਾਂਦੇ ਨੇ ਲੋਕ। 20-20 40-40 ਸਾਲ ਦੀ ਸਤ ਸੰਗਤ ਕੀਤੀ ਹੈ, ਆਖਰ ਨਿਰਾਸ਼ ਹੋ ਗਏ ਨੇ। ਕਿਸ ਕਾਰਨ ਕਰਕੇ? ਮਨ ਹੱਠ ਕਰਕੇ। ਤਾਂ ਅੱਜ ਦੇ ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਭਾਵਨੀ ਸਾਧ ਸੰਗੇਣ। ਹੋਰ ਜਿੰਨੇ ਮਰਜ਼ੀ ਤਰੀਕਿਆਂ ਨਾਲ ਸਾਧ ਸੰਗਤ 'ਚ ਆ ਜਿਓ, ਪਰ ਇਸ ਤਰੀਕੇ ਨਾਲ ਕਦੀ ਨਾ ਆਇਓ ਕਿ ਮੈਂ ਲੋਕਾਂ ਦੇ ਵਿੱਚ ਪਤਾ ਲੱਗ ਜੇ ਕਿ ਮੈਂ ਗੁਰਮੁਖ ਹਾਂ। ਇਸ ਨੁਕਤੇ ਤੋਂ ਕਦੀ ਵੀ ਧਰਮ ਦਾ ਕਰਮ ਨਾ ਕਰਨਾ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਮੈਂ ਦਾਨ ਪੁੰਨ ਸੇਵਾ ਸਿਮਰਨ ਸਤ ਸੰਗਤ ਕਥਾ ਕੀਰਤਨ ਸੁਣਦਾ ਜਾਂ ਗੁਰੂ ਦੁਆਰਾ ਹਾਜ਼ਰੀ ਭਰਦਾ। ਜੇ ਕਿਸੇ ਇਸ ਖਿਆਲ ਕਰਕੇ ਗੁਰੂ ਦਰ 'ਤੇ ਸਾਧਨਾ ਕਰ ਰਹੇ ਹਾਂ ਤਾਂ ਸਮਝ ਲਓ ਸਾਡੀ ਇਹ ਬਹਿਰੂਪੀਏ ਵਾਲੀ ਸਾਧਨਾ ਹੈ। ਬਹਿਰੂਪੀਆ ਆਪਣਾ ਰੂਪ ਤਾਂ ਬਦਲਦਾ ਹੈ ਕਿ ਦੂਜੇ ਨੂੰ ਭਰਮਾ ਸਕੇ, ਦੂਜੇ ਨੂੰ ਥੋੜ੍ਹਾ ਜਿਹਾ ਰਸ ਦੇ ਸਕੇ, ਆਪਣਾ ਨੂੰ ਕੋਈ ਰਸ ਨਹੀਂ ਆਉਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਵਨੀ ਸਾਧ ਸੰਗੇਣ। ਤਾਂ ਸਾਧ ਸੰਗਤ ਵਿੱਚ ਜਦ ਜੁੜਨਾ ਹੈ ਭਾਵਨਾ ਸਹਿਤ ਕਰਕੇ। ਹੁਣ ਭਾਵਨਾ ਸਹਿਤ ਕਰਕੇ ਕਿਵੇਂ? ਇਹਨੂੰ ਥੋੜ੍ਹਾ ਜਿਹਾ ਸਰਲ ਸਮਝ ਲਈਏ।
ਜਿਵੇਂ ਉਦਾਹਰਨ ਦੇ ਤੌਰ 'ਤੇ ਸ਼ੁਰੂਆਤੀ ਤੌਰ 'ਤੇ ਬੱਚਾ ਸਕੂਲ ਵਿੱਚ ਜਾਣ ਤੋਂ ਥੋੜ੍ਹਾ ਇਨਕਾਰੀ ਹੁੰਦਾ, ਨਹੀਂ ਸਹਿਮਤ ਹੁੰਦਾ। ਕਿਉਂਕਿ ਉਹਨੂੰ ਹੁਣ ਪਰਿਵਾਰ ਦੇ ਮਾਹੌਲ ਵਿੱਚ ਰਹਿ ਕੇ ਉਹਦੀ ਦੇਹ ਦਾ, ਉਹਦੇ ਮਨ ਦਾ ਅਭਿਆਸ ਜਾਂ ਅਹਿਸਾਸ ਐਸਾ ਬਣ ਗਿਆ ਕਿ ਇੱਥੇ ਮੈਨੂੰ ਸੁਖਦ ਰਹਿੰਦਾ, ਇੱਥੇ ਕੋਈ ਵਸਤ ਵੀ ਤੋੜ ਦਿੰਦਾ ਹਾਂ ਤਾਂ ਮੈਨੂੰ ਘਰ ਵਾਲੇ ਕੁਝ ਨਹੀਂ ਕਹਿੰਦੇ, ਚਾਹੇ ਕੋਈ ਸ਼ਰਾਰਤ ਕਰਾਂ, ਕੁਝ ਵੀ ਕਰਾਂ, ਮੈਨੂੰ ਕੁਝ ਨਹੀਂ ਕਹਿੰਦੇ, ਇੱਥੇ ਮੈਨੂੰ ਥੋੜ੍ਹਾ ਆਰਾਮ ਹੈ। ਉੱਥੇ ਮੈਨੂੰ ਇੱਕ ਨਿਸ਼ਚਿਤ ਨਿਯਮ ਦੇ ਵਿੱਚ ਪਾ ਦਿੱਤਾ ਜਾਵੇਗਾ। ਜਦੋਂ ਨਿਸ਼ਚਿਤ ਨਿਯਮ ਵਿੱਚ ਪੈਣਾ ਪਾਏਗਾ ਤਾਂ ਉਹਨੂੰ ਮੁਸ਼ਕਿਲ ਹੁੰਦੀ ਹੈ, ਅਤੇ ਆਖਰ ਜਦੋਂ ਬੱਚਾ ਪ੍ਰੌੜ ਹੋ ਜਾਂਦਾ ਹੈ ਤਾਂ ਉਹਨੂੰ ਸਮਝ ਆਉਣ ਲੱਗ ਪੈਂਦੀ ਹੈ ਕਿ ਜਿਹੜਾ ਗਿਆਨ ਮੈਂ ਪਹਿਲਾਂ ਜ਼ਬਰਦਸਤੀ ਜਾਂ ਜਿਹਦੇ ਤੋਂ ਇਨਕਾਰੀ ਹੁੰਦਾ ਸਾਂ, ਅਸਲ 'ਚ ਇਹੀ ਮੇਰੇ ਜੀਵਨ ਦਾ ਅਸਲ ਧਨ ਹੈ। ਤਾਂ ਫਿਰ ਉਹਦਾ ਇਨਟਿਊਸ਼ਨ ਬਣ ਜਾਂਦੀ ਹੈ, ਤਾਂ ਫਿਰ ਉਹ ਵਿੱਦਿਆ ਦੇ ਵਿੱਚੋਂ ਰਸ ਲੈਣਾ ਸ਼ੁਰੂ ਹੁੰਦਾ ਹੈ, ਅਤੇ ਉਹੀ ਬੰਦੇ ਵਿੱਦਿਆ ਦੇ ਮੁਕਾਮ ਵਿੱਚ ਸਿਖਰ ਤੱਕ ਜਾਂਦੇ ਨੇ ਜਿਨ੍ਹਾਂ ਦਾ ਵਿੱਦਿਆ ਦੇ ਨਾਲ ਇੱਕ ਸੁਰਤਾ ਬਣ ਜਾਂਦੀ ਹੈ। ਜਿਨ੍ਹਾਂ ਦੀ ਇੱਕ ਸੁਰਤਾ ਨਹੀਂ ਬਣਦੀ ਉਹ ਹਰਦਮ ਇਸੇ ਚਿੰਤਾ 'ਚ ਰਹਿੰਦੇ ਕਦ ਪੜ੍ਹਾਈ ਮੁੱਕ ਜਾਏ। ਅਤੇ ਜਿਹੜੇ ਸਤਸੰਗੀ ਦੀ ਗੁਰ ਸ਼ਬਦ ਵਿਚਾਰ ਨਾਲ ਇੱਕ ਸੁਰਤਾ ਨਹੀਂ ਬਣੀ, ਉਹਦਾ ਵੀ ਧਿਆਨ ਬਾਰ-ਬਾਰ ਟਾਈਮ ਪੀਸ ਵਾਲੇ ਪਾਸੇ ਜਾਂਦਾ ਰਹਿੰਦਾ ਕਿ 45 ਮਿੰਟ ਕਹੇ ਸੀ 47 ਕਿਉਂ ਹੋ ਰਹੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਵਨੀ ਸਾਧ ਸੰਗੇਣ, ਭਾਵਨਾ ਕਰਕੇ ਬੈਠੋ। ਹੁਣ ਭਾਵਨਾ ਕਰਕੇ ਕਿਵੇਂ ਬੈਠਣਾ ਚਾਹੀਦਾ? ਜਿਵੇਂ ਕਈ ਵਾਰੀ ਮਾਤਾ ਬੱਚੇ ਨੂੰ ਨਵਾ ਰਹੀ ਹੈ ਤਾਂ ਬੱਚਾ ਕੁਝ ਨਹੀਂ, ਕਈ ਜਿਹੜੇ ਬੱਚੇ ਥੋੜ੍ਹੇ ਗੰਭੀਰ ਭਾਵ ਦੇ ਚੁੱਪ ਕਰਕੇ ਬੈਠੇ ਨੇ, ਉਹ ਮਾਤਾ ਸਭ ਕੁਝ ਕਰ ਦਿੰਦੀ ਉਹਦਾ ਬੈਠੇ ਬੈਠੇ ਦਾ, ਨਵਾ ਕੇ ਸਿਰ ਵਾ ਕੇ ਸਭ ਚੰਗੀ ਤਰ੍ਹਾਂ ਸ਼ਿੰਗਾਰ ਦਿੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤੂੰ ਗੁਰੂ ਪਾਸ ਕੇਵਲ ਪਿਆਰ ਕਰਕੇ ਬੈਠ, ਪ੍ਰੇਮ ਕਰਕੇ ਬੈਠ, ਤੂੰ ਕਿ ਦੁਨਿਆਵੀ ਨੁਕਤਿਆਂ ਤੋਂ ਨਾ ਬੈਠ ਕਿਸੇ ਪ੍ਰਕਾਰ ਕਰਕੇ, ਕਿਉਂਕਿ ਤੂੰ ਬਸ ਬੈਠਣਾ ਹੈ। ਔਰ ਭਾਵਨਾ ਕਰਕੇ ਬੈਠਣਾ, ਭਾਵਨਾ ਦੇ ਵਿੱਚ ਤੱਤ ਕੀ ਹੋਣਾ ਚਾਹੀਦਾ ਕਿ ਜਿਹੜੀ ਗੱਲ ਮੈਂ ਸੁਣਨ ਬੈਠਾ ਹਾਂ ਜਾਂ ਸਰਵਣ ਕਰਨ ਬੈਠਾ ਹਾਂ, ਇਹ ਗੱਲ ਕੇਵਲ ਸੁਣਨ ਮਾਤਰ ਨਹੀਂ ਹੈ, ਇਹਦੇ ਸੁਣਦਿਆਂ ਸੁਣਦਿਆਂ ਹੀ ਮੇਰੀ ਕਾਇਆ ਕਲਪ ਹੋ ਜਾਣੀ ਹੈ, ਅਤੇ ਜਿਹੜਾ ਇਹਦੇ ਸੁਣਨ ਨਾਲ ਮੇਰੇ ਜੀਵਨ 'ਚ ਰਸ ਪੈਦਾ ਹੋਣਾ ਹੈ, ਉਹਨੇ ਹੀ ਮੇਰੇ ਜੀਵਨ ਦਾ ਕੋਈ ਸੰਤੁਲਨ ਬਣਾਉਣਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਵਨੀ ਸਾਧ ਸੰਗੇਣ, ਅੱਗੇ ਕਹਿੰਦੇ ਲਵੰਤੰ ਬੜ ਭਾਗਣ ਹੈ, ਕਿ ਵੱਡਿਆਂ ਭਾਗਾਂ ਦੇ ਨਾਲ ਬਣਦੀ ਹੈ। ਹੁਣ ਕਈ ਵਾਰੀ ਨੁਕਤਾ ਸਾਡਾ ਸਾਂਝਾ ਹੋਇਆ, ਕਈ ਕਹਿਣਗੇ ਜੀ ਪ੍ਰਚਾਰ ਬੜਾ ਹੈ, ਪਰ ਅਸਰ ਕਿਉਂ ਨਹੀਂ ਹੁੰਦਾ? ਗੱਲ ਕੀ ਹੈ? ਲੋਕਾਚਾਰੀ ਕਰਕੇ ਜਾ ਰਹੇ ਨੇ। ਹੁਣ ਤਾਂ ਗੁਰਧਾਮਾਂ ਦੇ ਵਿੱਚ ਜਾਣ ਦੀ ਲੋਕਾਂ ਦੀ ਦਸ਼ਾ ਵੀ ਬਦਲ ਗਈ ਹੈ। ਪਹਿਲਾਂ ਨਾ ਅੱਜ ਤੋਂ ਜਿਤਨਾ ਕੁ ਮੈਂ ਸਮਝਿਆ ਦੇਖਿਆ ਸ਼ੁਰੂਆਤ ਦੇ ਵਿੱਚ, ਤਾਂ ਮਤਲਬ ਆਮ ਗੁਰਸਿੱਖਾ ਹੁੰਦਾ ਸੀ ਕਿ ਗੁਰੂ ਘਰ ਜਾਇਆ ਜਾਏ, ਚੱਲ ਭਾਵੇਂ ਜਿਹੜੇ ਮਰਜ਼ੀ ਟਾਈਮ 'ਤੇ ਜਾਇਆ ਜਾਵੇ, ਆਇਆ ਸਮਾਪਤੀ 'ਤੇ ਜਾਇਆ ਜਾਵੇ, ਦੀਵਾਨ ਦੀ ਕੋਈ ਮਰਿਆਦਾ ਹੁੰਦੀ ਸੀ। ਲੋਕ ਸੁਣਦੇ ਸਨ ਬਕਾਇਦਾ, ਜਿਹੜੇ ਵੱਡੇ ਸਥਾਨਾਂ 'ਤੇ ਵਿਸਾਖੀ ਪੁਰਬ, ਮੱਸਿਆ ਆਦਿਕ, ਸੰਗਰਾਂਦ ਆਦਿਕ ਦੇ ਪੁਰਬ ਜੜਦੇ ਸਨ, ਅਤੇ ਜਾਣ ਵਾਲਿਆਂ ਨੂੰ ਦੀਵਾਨ ਦਾ ਚਾਅ ਹੁੰਦਾ ਸੀ ਕਿ ਉੱਥੇ ਜਾ ਕੇ ਦੀਵਾਨ ਸੁਣਨਾ। ਦੀਵਾਨ ਦਾ ਮਤਲਬ ਉਹਦੇ ਵਿੱਚ ਜੁੜਨਾ ਹੈ, ਕੋਈ ਗੁਰੂ ਜੀਵਨ ਦੀ ਗੱਲ ਸੁਣਨੀ ਹੈ, ਕੋਈ ਕਥਾ ਦੀ ਗੱਲ ਸੁਣਨੀ ਹੈ। ਹੁਣ ਐਸਾ ਨਹੀਂ ਹੈ। ਹੁਣ ਬਹੁਤੀ ਧਰਮ ਸਥਾਨਾਂ 'ਤੇ ਭੀੜ ਗੇੜਿਆਂ ਵਾਲੀ ਹੈ, ਗੇੜੇ ਮਾਰੇ ਜਾ ਰਹੇ ਨੇ। ਹਰਿਮੰਦਰ ਸਾਹਿਬ ਜਾ ਹੁੰਦਾ, ਨਾ ਪਤਾ ਲੱਗਦਾ ਕਿ ਜਦੋਂ ਐਂਟਰ ਹੋਇਆ ਕਿਹੜਾ ਸ਼ਬਦ ਚੱਲ ਰਿਹਾ ਸੀ, ਹੁਕਮਨਾਮਾ ਸਾਹਿਬ ਦੇ ਜਿਹੜਾ ਕੀ ਆਇਆ ਸੀ, ਮੁਖਵਾਕ ਕੀ ਆਇਆ ਸੀ, ਜਾਂ ਚੰਦੋਆ ਸਾਹਿਬ ਦੇ ਸਨਮੁਖ ਜਿਹੜੀ ਪੱਟੀ ਉਹਦੇ ਉੱਪਰ ਕਿਹੜੀ ਪੰਕਤੀ ਲਿਖੀ ਸੀ, ਕੁਝ ਨਹੀਂ ਪਤਾ, ਅਚੇਤ ਤੌਰ 'ਤੇ ਹੀ ਆ ਜਾਂਦੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਵਨੀ ਸਾਧ ਸੰਗੇਣ, ਭਾਵਨਾ ਦੇ ਸਹਿਤ ਸਤਸੰਗਤ ਦੇ ਕਰਮ ਵਿੱਚ ਬੈਠੋ। ਤਾਂ ਗੁਰੂ ਸਾਹਿਬ ਜੀ ਕਹਿੰਦੇ ਲਵੰਤੰ ਵੱਡ ਭਾਗਣੇ, ਅਤੇ ਇਹ ਵੱਡਿਆਂ ਭਾਗਾਂ ਦੇ ਨਾਲ ਲੱਭਦੀ ਹੈ ਕਿ ਸਾਧ ਸੰਗਤ ਵਿੱਚ ਬੰਦੇ ਦੇ ਜੁੜਨ ਦੀ ਪ੍ਰੀਤ ਬਣ ਜਾਏ। ਤਾਂ ਇਹ ਹੁਣ ਵੱਡੇ ਭਾਗ, ਕਈ ਵੱਡੇ ਭਾਗਾਂ ਦੇ ਮਸਲੇ 'ਚ ਕਈਆਂ ਨੇ ਆਪਣੀ ਸਿਆਸਤਨੁਮਾ ਟਿੱਪਣੀ ਵੀ ਬਣਾਈ ਹੁੰਦੀ ਹੈ, ਮੇਰੇ ਭਾਗ ਚੰਗੇ ਨਹੀਂ। ਹੁਣ ਭਾਗ ਚੰਗੇ ਉਦਾਹਰਨ ਦੇ ਤੌਰ 'ਤੇ ਜਿਨ੍ਹਾਂ ਦੀ ਅੱਜ ਗੁਰੂ ਸ਼ਬਦ ਨਾਲ ਪ੍ਰੀਤ ਬਣ ਗਈ ਹੈ, ਜਿਹੜੇ ਜਦੋਂ ਇਹ ਸ਼ੁਰੂ ਹੋਏ ਕਿ ਉਦੋਂ ਹੀ ਪ੍ਰੀਤ ਬਣੀ ਸੀ, ਇਹਨੂੰ ਪਰਪੱਕ ਵੀ ਤਾਂ ਕਰਨਾ ਪਿਆ ਸੀ। ਹੁਣ ਬੱਚਾ ਜਦੋਂ ਪਹਿਲੇ ਪੱਧਰ 'ਤੇ ਹੁੰਦਾ ਹੈ, ਉਹ ਮਾਂ ਦੀ ਛੋਹ ਨੂੰ ਓਨਾ ਮਹਿਸੂਸ ਨਹੀਂ ਕਰਦਾ, ਪਰ ਜਦੋਂ ਹੌਲੀ ਹੌਲੀ ਉਹਨੂੰ ਪਤਾ ਲੱਗ ਪੈਂਦਾ ਕਿ ਮੇਰੀ ਪ੍ਰਤਿਪਾਲਣਾ ਕਰਦੀ ਹੈ, ਸਾਰੀਆਂ ਮੇਰੀਆਂ ਕਿਰਿਆਵਾਂ ਇਹੀ ਸਾਂਭਦੀ ਹੈ, ਤਾਂ ਫਿਰ ਉਹਨੂੰ ਉਹਦੀ ਛੋਹ ਦਾ ਅਹਿਸਾਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਰੋ ਰਿਹਾ ਹੋਵੇ, ਉਹ ਚੁੱਕੇ ਤਾਂ ਤੁਰੰਤ ਚੁੱਪ ਹੋ ਜਾਂਦਾ ਹੈ। ਤਾਂ ਇਸੇ ਪ੍ਰਕਾਰ ਲਵੰਤੰ ਬੜ ਭਾਗਣੇ, ਜੇ ਗੁਰੂ ਸ਼ਬਦ ਨਾਲ ਤੇਰਾ ਹਿਰਦਾ ਨਹੀਂ ਜੁੜਦਾ ਤਾਂ ਇਹ ਕੋਈ ਚਿੰਤਾ ਵਾਲੀ ਗੱਲ ਨਹੀਂ। ਰੋਜ਼ਾਨਾ ਯਤਨ ਕਰਨਾ ਸ਼ੁਰੂ ਕਰ ਔਰ ਅਰਦਾਸ ਕਰਕੇ ਕਰ। ਹੁਣ ਉਦਾਹਰਨ ਦੇ ਤੌਰ 'ਤੇ ਕਿ ਇਹ ਵੀ ਇੱਕ ਅਰਦਾਸ ਹੋਣੀ ਚਾਹੀਦੀ ਹੈ ਕਿ ਕਥਾ ਦੀ ਗੱਲ ਤਾਂ ਹੋਣੀ ਹੈ, ਪਰ ਕਥਾ ਦੀ ਗੱਲ ਦੇ ਨਾਲ ਮੇਰਾ ਇੱਕ ਸੁਰਤਾ ਬਣ ਜਾਏ, ਇਹ ਵੀ ਅਰਦਾਸ ਹੋਣੀ ਚਾਹੀਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਲਵੰਤੰ ਬੜ ਭਾਗਣੇ, ਵੱਡੇ ਭਾਗਨਾਂ ਦੇ ਨਾਲ ਇਹ ਭਾਵਨਾ ਲੱਭਦੀ। ਹੁਣ ਭਾਵਨਾ ਵਿੱਚ ਜਦੋਂ ਬੰਦਾ ਕਰਮ ਕਰਦਾ ਹੈ, ਫਿਰ ਸਮੇਂ ਦੀ ਸੀਮਾ ਨਹੀਂ ਰਹਿੰਦੀ। ਭਾਵਨਾ ਦੇ ਵਿੱਚ ਕੀਤੇ ਹੋਏ ਕਰਮ ਕਰਕੇ ਥਕਾਵਟ ਨਹੀਂ ਰਹਿੰਦੀ। ਭਾਵਨਾ ਦੇ ਕੀਤੇ ਹੋਏ ਕਰਮ ਕਰਕੇ ਆਤਮ ਨੂੰ ਚਾਓ ਚੜ੍ਹਦਾ ਹੈ। ਭਾਵਨਾ ਦੇ ਇਹ ਲੱਛਣ ਹਨ
ਜਿਵੇਂ ਦੋ ਇੱਕ ਇਸਤਰੀ ਹੈ ਜਿਹੜੀ ਜਿਵੇਂ ਸੌਰਗੇਟ ਮਦਰ ਅੱਜ ਕੱਲ੍ਹ ਚੱਲਦੀ ਹੈ ਕਿ ਉਹਦੇ ਵਿੱਚ ਕੀ ਹੈ, ਇੱਕ ਜਿੰਨੇ ਖੁਦ ਦਾ ਬੱਚਾ ਜਨਮਿਆ ਉਹਨੂੰ ਉਹਦਾ ਕੋਈ ਕਰਮ ਬੋਝ ਨਹੀਂ ਲੱਗਦਾ। ਇੱਕ ਜਿਹੜੀ ਕਿਰਾਏ ਦੇ ਰੂਪ ਵਿੱਚ ਹੈ ਉਹਨੂੰ ਉਹਦੇ ਕਰਮ ਨਿਸ਼ਚਿਤ ਸਮੇਂ ਤੱਕ ਠੀਕ ਲੱਗਦੇ ਨੇ, ਉਸ ਤੋਂ ਬਾਅਦ ਬੋਝ ਲੱਗਣੇ ਸ਼ੁਰੂ ਹੋ ਜਾਂਦੇ ਨੇ। ਅਤੇ ਜਿਹੜੇ ਗੁਰਸਿੱਖਾਂ ਦੀ ਸਤਿਗੁਰੂ ਦੇ ਨਾਲ ਸਾਧ ਸੰਗਤ ਵਿੱਚ ਭਾਵਨਾ ਜੁੜ ਜਾਂਦੀ ਹੈ, ਉਹਨੂੰ ਗੁਰੂ ਕੇ ਦਰਬਾਰ ਦੇ ਵਿੱਚ ਹੋਣ ਵਾਲੀ ਹਰ ਗੱਲ ਚੰਗੀ ਲੱਗਦੀ ਹੈ ਔਰ ਉਹਦੀ ਵੱਧਦੀ ਜਾਂਦੀ ਹੈ। ਤਾਂ ਕਈ ਵਾਰੀ ਜਿਵੇਂ ਕਈਆਂ ਦੀ ਭਾਵਨਾ ਇੱਕ ਸੁਰ ਹੋ ਜਾਂਦੀ ਹੈ, ਤਾਂ ਫਿਰ ਕਈ ਵਾਰੀ ਜ਼ਿਕਰ ਕਰਨਗੇ ਗੱਲ ਦਾ ਰਸ ਆ ਰਿਹਾ ਸੀ ਤਾਂ ਅਚਾਨਕ ਸਮਾਂ ਦੀ ਸੀਮਾ ਕਿਵੇਂ ਆ ਗਈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਭਾਵਨਾ ਥੱਕਣ ਨਹੀਂ ਦਿੰਦੀ। ਜਿਹੜਾ ਮਨ ਹੱਠ ਕਰਮ ਹੈ ਉਹ ਥਕਾ ਦਿੰਦਾ। ਬੰਦਾ ਕਹਿੰਦਾ ਮੈਂ 5 ਬਾਣੀਆਂ ਪੜ੍ਹ ਕੇ ਥੱਕ ਗਿਆ, ਜੇ ਭਾਵਨਾ ਵਿੱਚ ਪੜ੍ਹੀ ਹੋਵੇ ਤਾਂ ਉਹ ਬੰਦਾ ਕਹਿੰਦਾ ਆਨੰਦ ਦੀ ਰਾਜੀ ਇੰਨਾ ਚੜ੍ਹਿਆ ਕਿ ਜੀ ਕਰਦਾ ਦੁਬਾਰਾ ਪੜ੍ਹ ਲਈਏ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਭਾਵਨੀ ਸਾਧ ਸੰਗੇਣ ਲਬੰਤੰ ਬੜ ਭਾਗਣੇ। ਅਤੇ ਭਾਵਨਾ ਕਰਕੇ ਉੱਤਮ ਜਿਹੜਾ ਜੀਵਨ ਹੈ, ਜੀਵਨ ਦਾ ਵਿੱਚ ਜਿਹੜਾ ਤਰਲਤਾ ਵਹਿਣ ਬਣਿਆ ਰਹਿੰਦਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਵੱਡੇ ਭਾਗਾਂ ਦੇ ਨਾਲ ਲੱਭਦੀ ਹੈ। ਗੁਰਬਾਣੀ 'ਚ ਇੱਕ ਜਗ੍ਹਾ ਵਾਕ ਆਉਂਦਾ ਹੈ ਕਿ ਭਾਵਿਨ ਪ੍ਰੀਤ ਨਹੀਂ ਉਜੇ ਤੇਰੀ, ਭਾਵਿਨ ਭਗਤ ਨਹੀਂ ਹੋਏ ਤੇਰੀ। ਕਿ ਜਿੰਨਾ ਚਿਰ ਭਾਵਨਾ ਦੇ ਸਹਿਤ ਨਹੀਂ ਹੈ ਉਹਨਾਂ ਚਿਰ ਜੀਵਨ ਦਾ ਕੋਈ ਰਸ ਨਹੀਂ ਬਣ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਲਵੰਤੰ ਬੜ ਭਾਗਣੇ, ਤਾਂ ਵੱਡੇ ਭਾਗ। ਹੁਣ ਵੱਡੇ ਭਾਗ ਦਾ ਭਾਵ ਕੀ ਹੈ, ਇਹਦੇ ਵਿੱਚ ਵੀ ਇੱਕ ਸਾਧਨਾ ਦਾ ਹੀ ਨੁਕਤਾ ਹੈ। ਉਦਾਹਰਨ ਦੇ ਤੌਰ 'ਤੇ ਸਾਡੇ ਸਾਹਮਣੇ ਕਿਸੇ ਵੱਡੇ ਰੁਤਬੇ ਵਾਲੇ ਇਨਸਾਨ ਦੀ ਇੱਕ ਟਾਰਗੇਟ ਰੱਖ ਦਿੱਤਾ ਗਿਆ, ਕਿਹਾ ਗਿਆ ਕਿ ਆਹ ਏਡੇ ਵੱਡੇ ਮੁਕਾਮ 'ਤੇ ਪਹੁੰਚ ਗਿਆ। ਹੁਣ ਇਹਦੇ ਦੋ ਪੱਖ ਨੇ, ਮੈਂ ਝੁਰੀ ਜਾਵਾਂ ਕਿ ਮੈਂ ਇੱਥੇ ਜਾ ਨਹੀਂ ਸਕਦਾ, ਪਰ ਜੇ ਕੋਈ ਸਿਆਣਾ ਮਿਲ ਜਾਏਗਾ ਉਹ ਕਹੇਗਾ ਕਾਕਾ ਇਹਦੇ ਕੋਲ ਵੀ ਬਲ ਸੀ, ਬੁੱਧੀ ਸੀ, ਸੋਰਸ ਸਨ, ਉਹਨੇ ਸਾਰੇ ਸੋਰਸਾਂ ਨੂੰ ਵਰਤਿਆ ਅਤੇ ਇਸ ਮੁਕਾਮ 'ਤੇ ਪਹੁੰਚ ਗਿਆ। ਇਸ ਕਰਕੇ ਭਾਗ ਦਾ ਖਜ਼ਾਨਾ ਤੇਰੇ ਕੋਲ ਵੀ ਹੈ, ਸੁਣਨ ਦੀ ਸਮਰੱਥਾ, ਬੁੱਝਣ ਦੀ, ਜਾਣਨ ਦੀ, ਮਾਨਣ ਦੀ ਸਾਰੀ ਕੁਲ ਤੇਰੇ ਕੋਲ ਹੈ। ਬਸ ਉਹ ਚੱਲ ਕੇ ਪਹੁੰਚ ਚੁੱਕਿਆ ਹੈ, ਤੂੰ ਅਜੇ ਚੱਲਿਆ ਨਹੀਂ। ਇਸ ਕਰਕੇ ਵੱਡ ਭਾਗਣੇ ਦਾ ਮਤਲਬ ਹੈ ਕਿ ਸਾਡੇ ਕੋਲ ਸਮਰੱਥਾ ਹੈ, ਉਸ ਸਮਰੱਥਾ ਨੂੰ ਉਚਾਈ 'ਤੇ ਲਿਜਾਣਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਲਬੰਤੰ, ਲੱਭਣਾ ਪੈਂਦਾ। ਹੁਣ ਇਹ ਲੱਭਣ ਦੀ ਵੀ ਤਲਾਸ਼ ਹੈ ਇੱਕ ਆਪਣੀ, ਕਿ ਰੋਜ਼ਾਨਾ ਸੁਣਨਾ ਪੈਂਦਾ। ਹੁਣ ਇਸ ਨੂੰ ਤਲਾਸ਼ ਨੂੰ ਭਾਵਨਾ ਦੇ ਸਹਿਤ ਕਰਨਾ ਹੋਵੇ ਤਾਂ ਕੀ ਯਤਨ ਕਰੀਏ ਕਿ ਮੇਰੀ ਭਾਵਨਾ ਮਜ਼ਬੂਤ ਹੋ ਜਾਏ। ਭਾਵਨਾ ਮਜ਼ਬੂਤ ਦੇ ਲਈ ਸਭ ਤੋਂ ਪਹਿਲਾਂ ਸੇਵਾ ਦਾ ਕਰਮ ਕਰਨਾ ਚਾਹੀਦਾ। ਸੇਵਾ ਦਾ ਕਰਮ ਭਾਵਨਾ ਮਜ਼ਬੂਤ ਕਰਨ ਦੇ ਵਿੱਚ ਬੜੀ ਸਹਾਇਤਾ ਕਰਦਾ। ਸਿਮਰਨ ਦਾ ਕਰਮ ਗਿਆਨ ਅਧਿਆਤਮਿਕ ਵਿਕਾਸ ਕਰਦਾ ਹੈ। ਸੇਵਾ ਦਾ ਕਰਮ ਭਾਵਨਾ ਮਜ਼ਬੂਤ ਕਰਨ ਦੇ ਵਿੱਚ ਯਤਨ ਕਰਦਾ ਹੈ। ਕਿਵੇਂ ਕਰਦਾ, ਇਹ ਵੀ ਇੱਕ ਪ੍ਰਸ਼ਨ ਹੈ। ਉਹਦੇ ਵਿੱਚ ਮਨੁੱਖ ਦੀ ਹਸਤੀ ਖੁਰਦੀ ਹੈ। ਜਦੋਂ ਮਨੁੱਖ ਦੀ ਹਸਤੀ ਖੁਰਦੀ ਹੈ ਤਾਂ ਉਹ ਆਪਣੀ ਕਿਰਪਾ ਫਿਰ ਪਰਮੇਸ਼ਰ ਦੀ ਮਹਿਸੂਸ ਕਰਨੀ ਸ਼ੁਰੂ ਕਰ ਦਿੰਦਾ ਹੈ। ਜਿਵੇਂ ਮੰਨ ਲਓ ਕੋਈ ਸੇਵਾ ਕਰਦਾ ਹੈ ਤਾਂ ਉਸ ਸੇਵਾ ਦੇ ਵਿੱਚ ਉਹਦੀ ਹਸਤੀ ਮਨਫੀ ਹੁੰਦੀ ਹੈ ਕਿ ਮੈਂ ਨਹੀਂ ਕਰ ਰਿਹਾ, ਇਹ ਉਹਦਾ ਤਰਸ ਹੋਇਆ ਹੈ। ਤਾਂ ਜਦੋਂ ਇਸ ਤਰਸ ਦੇ ਅਭਿਆਸ ਵਿੱਚ ਉਹ ਸੇਵਾ ਕਰਦਾ ਹੈ ਤਾਂ ਹੌਲੀ ਹੌਲੀ ਉਹਦਾ ਸਨੇਹ ਬਣਨਾ ਸ਼ੁਰੂ ਹੋ ਜਾਂਦਾ ਹੈ ਅਤੇ ਸੇਵਾ ਉਹਦਾ ਬਾਹਰੀ ਕਰਮ ਨਾ ਹੋ ਕੇ ਉਹਦੇ ਆਤਮ ਦੀ ਕਾਰ ਬਣ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਲਵੰਤੰ ਬੜ ਭਾਗਣ ਹੈ, ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣੇ। ਤਾਂ ਹੁਣ ਇਸੇ ਪ੍ਰਕਾਰ ਜਿਹੜੇ ਭਾਵਨਾ ਕਰਕੇ ਜੁੜੇ ਹੁੰਦੇ ਹਨ ਉਹੀ ਕਹਿੰਦੇ ਨੇ ਕਿ ਕਥਾ ਕੀਰਤਨ ਵਿੱਚ ਰਸ ਹੈ। ਜਿਹੜੇ ਲੋਕਾਚਾਰੀ ਕਰਕੇ ਬੈਠੇ ਨੇ ਉਹ ਕਹਿਣਗੇ ਜੀ ਨਹੀਂ ਇਹ ਗੱਲ ਹੈ ਨਹੀਂ ਇੰਨੀ ਕੁ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾ, ਹਰ ਨਾਮ ਗੁਣ ਰਮਣੰ। ਇਸੇ ਪ੍ਰਕਾਰ ਕਿ ਭਾਵਨਾ ਕਰਕੇ ਕਰੇਗਾ ਤਾਂ ਫਿਰ ਤੈਨੂੰ ਪਤਾ ਲੱਗੇਗਾ ਕਿ ਪਰਮੇਸ਼ਰ ਦੇ ਗੁਣਾਂ ਦਾ ਰਮਣ ਕੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਸੰਸਾਰ ਸਾਗਰ ਨਹਿ ਵਿਆਪਣੇ। ਅਤੇ ਜਿਹੜੇ ਇਸ ਪ੍ਰਕਾਰ ਦੀ ਸਾਧਨਾ ਕਰਦੇ ਨੇ ਉਹਨਾਂ ਨੂੰ ਸੰਸਾਰ ਸਾਗਰ ਨਹੀਂ ਵਿਆਪਦਾ, ਭਾਵ ਕਿ ਮਾਇਆ ਦੀਆਂ ਲਹਿਰਾਂ ਨਹੀਂ ਵਿਆਪਦੀਆਂ ਹਨ। ਉਹ ਇੱਕ ਰਸ ਜੁੜ ਕੇ ਨਿਹਾਲ ਰਹਿੰਦੇ ਹਨ। ਭਾਈ ਨੰਦ ਲਾਲ ਜੀ ਦੇ ਜੀਵਨ ਦੀ ਨਾ ਇੱਕ ਬੜੀ ਕਮਾਲ ਦੀ ਘਟਨਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਦਫਾ ਉਹਨਾਂ ਨੂੰ ਪੁੱਛਿਆ ਕਿ ਭਾਈ ਸਾਹਿਬ ਜੀ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ। ਤਾਂ ਬੜੇ ਕਵੀਆਂ ਨੇ ਜਵਾਬ ਦਿੱਤੇ, ਕਿਸੇ ਨੇ ਵਿੱਦਿਆ ਕਿਹਾ, ਕਿਸੇ ਨੇ ਅਕਲ ਕਿਹਾ, ਕਿਸੇ ਨੇ ਕੁਝ ਕਿਹਾ। ਤਾਂ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਤਾਂ ਭਾਈ ਨੰਦ ਲਾਲ ਜੀ ਕਹਿਣ ਲੱਗੇ ਪ੍ਰੀਤ ਸਭ ਤੋਂ ਵੱਡੀ ਚੀਜ਼। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਪ੍ਰੀਤ ਮੰਨ ਲਿਆ ਕਿ ਤੁਹਾਡੀ ਗੱਲ ਵੱਡੀ ਹੈ, ਪ੍ਰਮਾਣ ਦਿਓ, ਸਾਬਤ ਕਰੋ ਕਿ ਪ੍ਰੀਤ ਕਿਵੇਂ ਵੱਡੀ ਹੈ। ਕਹਿਣ ਲੱਗੇ ਸਤਿਗੁਰੂ ਜੇ ਮੇਰੀ ਪ੍ਰੀਤ ਨਾ ਹੋਵੇ ਤਾਂ ਮੈਂ ਤੇਰੇ ਦਰ 'ਤੇ 1 ਘੰਟੇ ਤੋਂ ਵੱਧ ਨਹੀਂ ਬਹਿ ਸਕਦਾ। ਜੇ ਮੇਰੀ ਪ੍ਰੀਤ ਨਾ ਹੋਵੇ ਤਾਂ ਮੈਂ ਆਪਣਾ ਜੀਵਨ ਦਾ 1 ਸੈਕਿੰਡ ਵੀ ਤੇਰੀ ਸਾਧ ਸੰਗਤ ਦੇ ਵਿੱਚ ਨਹੀਂ ਸਮਝਾਂਗਾ ਕਿ ਮੈਂ ਇੱਥੇ ਫਜ਼ੂਲ ਹੋ ਰਿਹਾ। ਅਤੇ ਕਹਿੰਦੇ ਇਸੇ ਪ੍ਰੀਤ ਕਰਕੇ ਮੈਂ ਦੇਖਿਆ ਤੇਰੀ ਪ੍ਰੀਤ ਵਿੱਚ ਰੱਤੇ ਹੋਏ ਗੁਰਸਿੱਖ
ਪਤੰਗੇ ਦੀ ਨਿਆਈ ਤੇਰੀ ਪ੍ਰੀਤ ਦੀ ਛਮਾ ਤੋਂ ਕੁਰਬਾਨ ਹੋ ਜਾਂਦੇ ਨੇ। ਇੱਕੋ ਇੱਕ ਪ੍ਰੀਤ ਹੀ ਐਸਾ ਸਿਲਸਿਲਾ ਜਿਹਦੇ ਕਰਕੇ ਸਿੱਖ ਜਿਹੜਾ ਹੈ ਗੁਰੂ ਤੋਂ ਕੁਰਬਾਨ ਹੋ ਜਾਂਦਾ। ਅਤੇ ਪ੍ਰੀਤ ਤਾਂ ਕਰਕੇ ਸਭ ਤੋਂ ਵੱਡੀ ਚੀਜ਼ ਹੈ। ਜਦੋਂ ਭਾਈ ਨੰਦ ਲਾਲ ਜੀ ਨੇ ਇਹ ਵਾਕ ਕਹੇ ਤਾਂ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ। ਤਾਂ ਇਸੇ ਕਰਕੇ ਗੁਰਬਾਣੀ ਸਤਿਗੁਰੂ ਮੈਂ ਦੇਖਦਾ ਕਿ ਗੁਰੂ ਸਾਹਿਬਾਨਾਂ ਦਾ ਜੀਵਨ ਮੈਨੂੰ ਕਿਸੇ ਦੂਜੇ ਮੱਤ ਦਾ ਇੱਕ ਇਨਸਾਨ ਟੱਕਰਿਆ ਸੀ, ਤਾਂ ਉਹ ਕਹਿਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਇੱਕ ਪੰਕਤੀ ਤੋਂ ਸਮਝਿਆ ਜਾ ਸਕਦਾ। ਮੈਂ ਗੱਲ ਤਾਂ ਮੈਨੂੰ ਥੋੜ੍ਹੀ ਜਿਹੀ ਸਮਝ ਆ ਗਈ, ਪਰ ਮੈਂ ਹੈਰਾਨ ਸਾਂ। ਮੈਂ ਕਿਹਾ ਜੀ ਇਸ ਗੱਲ ਨੂੰ ਸਪਸ਼ਟ ਕਰੋ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੈਂ ਬਾਣੀ ਪੜ੍ਹੀ, ਉਹਦੇ ਵਿੱਚ ਵਾਕ ਆਇਆ, ਜਿਨ ਪ੍ਰੇਮ ਕੀਓ ਸਾਚ ਕਹੂੰ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦਾ ਜੇ ਇਹ ਸੂਤਰ ਗੁਰੂ ਗੋਬਿੰਦ ਸਿੰਘ ਜੀ ਦਾ ਸਮਝ ਆ ਗਏ ਤਾਂ ਵੀ ਤੁਹਾਡੇ ਜੀਵਨ ਦੀ ਕਲਿਆਣ ਹੈ। ਇਸ ਕਰਕੇ ਸਤਿਗੁਰੂ ਕਿਰਪਾ ਕਰਨ, ਭਾਵਨਾ ਦੇ ਪੱਧਰ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਹੋਣ। ਇਸੇ ਪ੍ਰਕਾਰ ਸਾਡਾ ਜੀਵਨ ਰੱਬੀ ਯਾਦ ਨਾਲ ਜੁੜਿਆ ਰਹੇ, ਸਾਧ ਸੰਗਤ ਦੇ ਵਿੱਚ ਭਾਵਨਾ ਕਰਕੇ ਆਈਏ। ਹੁਣ ਭਾਵਨਾ ਦੀ ਗੱਲ ਮੈਂ ਆਪਣੇ ਅਨੁਭਵ 'ਚੋਂ ਦੱਸਦਾ ਕਿ ਸਾਡਾ ਆਪਣਾ ਵਿੱਦਿਆ ਦੇ ਨਾਲ ਬੜੀ ਕਸੁਰਤਾ ਹੁੰਦੀ ਸੀ। ਤਾਂ ਪਹਿਲਾਂ ਜਾ ਕੇ ਬੈਠੀਦਾ ਸੀ ਕਿ ਮਤਲਬ ਜਿਵੇਂ ਹੁਣ ਕਈ ਬੱਚਿਆਂ ਦਾ ਵਿੱਦਿਆ ਨਾਲ ਪਿਆਰ ਹੁੰਦਾ ਤਾਂ ਉਹ ਸਕੂਲ ਦੇ ਨਿਸ਼ਚਿਤ ਟਾਈਮ ਤੋਂ ਪਹਿਲਾਂ ਜਾ ਕੇ ਬੈਠਦੇ ਨੇ। ਭਾਵਨਾ ਨੂੰ ਪ੍ਰਗਟਾਉਣਾ ਵੀ ਪੈਂਦਾ ਹੈ, ਥੋੜ੍ਹਾ ਇਕੱਲਾ ਕਹੀ ਜਾਣਾ ਕਿ ਮੇਰੇ ਅੰਦਰ ਭਾਵਨਾ ਹੈ ਭਾਵਨਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਤੁਹਾਡੀ ਭਾਵਨਾ ਪ੍ਰਪੱਕ ਰਹੇ, ਗੁਰੂ ਚਰਨਾਂ ਨਾਲ ਪ੍ਰੀਤ ਦਿਨ ਬਾ ਦਿਨ ਵੱਧਦਾ ਜਾਏ ਅਤੇ ਸਾਡਾ ਜੀਵਨ ਸਫਲਾ ਹੁੰਦਾ ਜਾਏ। ਜਿੱਥੇ ਅਸੀਂ ਸਤਿਗੁਰੂ ਕੀ ਬਾਣੀ ਦੇ ਵਿਚਾਰ ਨੂੰ ਸ਼ਰਵਣ ਕਰਕੇ ਨਿਹਾਲ ਹੋਏ ਹਾਂ, ਉੱਥੇ ਅੱਜ ਪਰਮ ਸੂਰਬੀਰ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਸ਼ਹੀਦੀ ਦਿਵਸ ਹੈ। ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਪ੍ਰਾਪਤ ਹੋਇਆ। ਅੰਮ੍ਰਿਤ ਕੀ ਦਾਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪ੍ਰਾਪਤ ਕੀਤੀ, ਖਾਲਸਾ ਰਾਜ ਦੀ ਸਥਾਪਨਾ ਕੀਤੀ। ਜਦ ਗੁਰਦਾਸ ਨੰਗਲ ਦੀ ਗੜੀ ਵਿੱਚੋਂ 7 ਦਸੰਬਰ 1715 ਨੂੰ ਜਦੋਂ 8 ਮਹੀਨਿਆਂ ਦੇ ਸਖਤ ਘੇਰੇ ਤੋਂ ਬਾਅਦ ਪਕੜੇ ਗਏ, ਤਾਂ ਉਸ ਸਮੇਂ ਅਬਦੁਸਮਦ ਖਾਨ ਦਾ ਪੁੱਤਰ ਅਤੇ ਜ਼ਕਰੀਆ ਖਾਨ ਅਮੀਨ ਖਾਨ ਦਾ ਜਵਾਈ, ਇਹਨਾਂ 2 ਵੱਡੇ ਅਹਿਲਕਾਰਾਂ ਨੇ ਗੁਰਸਿੱਖਾਂ ਨੂੰ ਪਕੜ ਕੇ, ਜ਼ਿਕਰ ਮਿਲਦਾ ਹੈ ਕਿ 300 ਤੋਂ ਵੱਧ ਸਿੱਖ ਗੜੀ ਦੇ ਵਿੱਚ ਕਤਲ ਕੀਤਾ ਸੀ। ਤਾਂ ਉਸ ਤੋਂ ਬਾਅਦ ਬਾਕੀ ਸਿੱਖ ਪਕੜ ਕੇ ਲਾਹੌਰ ਲਿਜਾਏ ਗਏ। ਅਤੇ ਇਸੇ ਦੌਰਾਨ ਬੜੇ ਸਿੱਖਾਂ ਦਾ ਜਿਸ ਨਗਰ ਵਿੱਚੋਂ ਨਿਕਲਦੇ ਹਨ, ਜਿਉਂਦਾ ਜਾਂ ਮੁਰਦਾ ਪਕੜ ਕੇ ਕਤਲ ਕਰ ਦਿੱਤੇ ਜਾਂਦੇ ਹਨ। ਅਤੇ 700 ਗੱਡਾ ਸਿੱਖਾਂ ਦੇ ਸਿਰ ਦਾ ਭਰ ਕੇ ਲਾਹੌਰ ਥਾਣੀ ਦਿੱਲੀ ਲਿਜਾਇਆ ਗਿਆ ਸੀ। ਅਤੇ 1000 ਕਰੀਬ ਸਿੱਖਾਂ ਦੇ ਸਿਰਾਂ ਦੇ ਮਨਾਰ ਬਣਾਏ ਗਏ ਨੇ। ਇਸ ਮਨਾਰ ਦਾ ਭਾਵ ਨੇਜਿਆਂ 'ਤੇ ਸਿਰ ਟੰਗੇ ਗਏ ਸਨ। ਅਤੇ ਇਬਰਤਨਾਮਾ ਦਾ ਲਖਾਰੀ ਮੁਹੰਮਦ ਕਾਸਮ ਲਿਖਦਾ ਹੈ ਕਿ ਜਦੋਂ ਸਿੱਖਾਂ ਦਾ ਇਹ ਸਾਰਾ ਜਲੂਸ ਲਾਹੌਰ ਸ਼ਹਿਰ ਵਿੱਚੋਂ ਨਿਕਲਿਆ ਅਤੇ ਲਾਹੌਰ ਵਾਸੀਆਂ ਨੂੰ ਕਿਹਾ ਗਿਆ ਕਿ ਇਹਨਾਂ ਦੇ ਉੱਪਰ ਰੋੜੇ ਮਾਰੇ ਜਾਣ। ਇਸ ਤਰ੍ਹਾਂ ਦੇ ਤਸੀਹੇ ਜਾਤਨਾਮਾ ਕਰਦਿਆਂ ਹੋਇਆਂ 27 ਫਰਵਰੀ 1716 ਨੂੰ ਜਿਹੜਾ ਹੈ ਸਿੱਖਾਂ ਦੇ ਸਾਰੇ ਗ੍ਰਿਫਤਾਰ ਕੀਤੇ ਸਿੱਖਾਂ ਦਾ ਜਿਹੜਾ ਜਥਾ ਉਹ ਦਿੱਲੀ ਲਿਜਾਇਆ ਗਿਆ ਫਰਕਸ਼ਰ ਬਾਦਸ਼ਾਹ ਦੇ ਪਾਸ। ਫਿਰ ਕੁਤਬੁਦੀਨ ਦਰਗਾਹ ਦੇ ਨਵਾਜ਼ ਮਹਿਰੌਲੀ ਨੇੜੇ ਰੋਜ਼ਾਨਾ 100 ਸਿੱਖ ਨੂੰ ਕਤਲ ਕਰਨਾ ਜਾਰੀ ਰੱਖਿਆ। ਅਤੇ ਆਖਰ 9 ਜੂਨ 1716 ਨੂੰ ਹੁਕਮ ਹੋਇਆ ਫਰਕਸ਼ਰ ਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਾਂ ਦੀਨ ਕਬੂਲ ਲਵੇ ਜਾਂ ਇਸੇ ਪ੍ਰਕਾਰ ਸਾਡੇ ਅਧੀਨ ਹੋ ਜਾਵੇ। ਜਦ ਇਸ ਪ੍ਰਕਾਰ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਉਹਨਾਂ ਨੇ ਕਿਹਾ ਕਿ ਆਪਣੇ ਪੁੱਤਰ ਦਾ ਕਾਲਜਾ ਆਪ ਚੀਰ। ਤਾਂ ਉਹਨਾਂ ਨੇ ਕਟਾਰ ਦੇ ਦਿੱਤੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਨਕਾਰੀ ਕਰ ਦਿੱਤਾ। ਤਾਂ ਫਿਰ ਪੌਣੇ 4 ਸਾਲ ਦਾ ਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਦਾ ਅਜੈ ਸਿੰਘ ਕਟਾਰ ਮਾਰ ਕੇ ਜਦ ਉਹਨਾਂ ਦੇ ਪੁੱਤਰ ਦਾ ਕਾਲਜਾ ਕੱਢਿਆ ਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਧੱਕਣ ਦਾ ਯਤਨ ਕੀਤਾ ਗਿਆ, ਪਰ ਉਹਨਾਂ ਨੇ ਆਪਣਾ ਮੁੱਖ ਬੰਦ ਰੱਖਿਆ। ਫਿਰ ਇਸੇ ਪ੍ਰਕਾਰ ਬੜੇ ਮਾਰਮਿਕ ਦ੍ਰਿਸ਼ ਹਨ। ਅਹਿਵਾਲ ਉਲ ਖਵਾਕੀਨ ਦੇ ਵਿੱਚ ਲਿਖਿਆ ਕਿ ਪਹਿਲਾਂ ਨੇਤਰ ਕੱਢੇ ਗਏ, ਫਿਰ ਹੱਥ ਕੱਟੇ ਗਏ, ਪੈਰ ਕੱਟੇ ਗਏ, ਆਖਰ ਫਿਰ ਵੀ ਦੀਨ ਨਾ ਕਬੂਲਿਆ। ਤਾਂ ਆਖਰ ਬੜੇ ਭਾਰੀ ਥੌੜੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਿਰ ਫੇਕ ਕੇ ਉਹਨਾਂ ਨੂੰ ਸ਼ਹੀਦੀ ਦੇ ਘਾਟ ਉਤਾਰਿਆ ਗਿਆ। ਐਸੇ ਗੁਰੂ ਕੇ ਸ਼ਹੀਦਾਂ ਦੀ ਹੁਣ ਇਹ ਜਿਹੜੀ ਠੋਸਤਾ ਹੈ, ਇਹ ਜਿਹੜੀ ਸਿਦਕ ਹੈ, ਇਹ ਸਿਰੜ ਦੀ ਪਰਪੱਕਤਾ ਹੈ, ਇਹ ਗੁਰੂ ਸ਼ਬਦ ਵਿੱਚ ਆਉਂਦੀ ਹੈ ਕਿ ਜਦੋਂ ਮਨੁੱਖ ਦੀ ਸਾਰੀ ਹਸਤੀ ਮਨਫੀ ਹੋ ਜਾਂਦੀ ਹੈ, ਫਿਰ ਉਹਦੀ ਦੇਹ ਦੇ ਵਿੱਚ ਗੁਰੂ ਬਖਸ਼ਿਸ਼ ਦਾ ਬਲ ਵਰਤਦਾ ਹੈ। ਅਤੇ ਗੁਰੂ ਬਖਸ਼ਿਸ਼ ਦਾ ਬਲ ਦੁਨੀਆ ਭਰ ਦਾ ਜ਼ੁਲਮ ਵੀ ਹੋ ਜਾਵੇ, ਉਹਦੇ ਸਾਹਮਣੇ ਆਪਣੀ ਈਨ ਨਹੀਂ ਮੰਨਦਾ, ਨਹੀਂ ਦੀਨ ਹਾਰਦਾ। ਇਸ ਪ੍ਰਕਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਮਨਸ ਮੁਨਸਾ ਸੂ ਮਰਨ ਮੁਨਸਾ ਸੂਰਿਆ ਕਹਿ ਜੋ ਹੋਏ ਮਰਨ ਪਰਵਾਣੋ, ਜਾਂ ਗੁਰਬਾਣੀ ਦੇ ਵਾਕ ਹਨ ਜਾਓ ਤਉ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ। ਇਹਨਾਂ ਵਾਕਾਂ ਦੇ ਅਨੁਸਾਰ ਹੋ ਕੇ ਸੂਰਬੀਰਤਾ ਦੇ ਸ਼ਹੀਦੀ ਦੇ
ਨਵੇਂ ਗਾਥਾਂ ਦੀ, ਨਵੇਂ ਬਰਤਾਂਤਾਂ ਦੀ ਗਾਥਾ ਲਿਖਦਿਆਂ ਸਾਡੇ ਸਾਹਮਣੇ ਸਿੱਖੀ ਸਿਦਕ ਦੇ ਚਾਨਣ ਮੁਨਾਰੇ ਬਣ ਗਏ। ਐਸੇ ਮਹਾਨ ਸੂਰਬੀਰ ਦੀ ਸ਼ਹਾਦਤ ਨੂੰ ਵੀ ਅਸੀਂ ਅੱਜ ਸਜਦਾ ਕਰ ਰਹੇ ਹਾਂ। ਪਾਵਨ ਲੜੀਵਾਰ ਬਾਣੀ ਦੀ ਵਿਆਖਿਆ ਇਤਿਹਾਸ ਦੀ ਸੰਖਿਪਤ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।